ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਜੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ। ਮੈਂ ਹਰਮਨ ਥਿੰਦ ਤੇ ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ, ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ ਜ਼ਿੰਦਾਬਾਦ। ਅੱਜ ਫਿਰ ਤੋਂ ਆਪਾਂ ਇੱਕ ਬੇहद ਖਾਸ ਕਿਸ਼ਤ ਲੈ ਕੇ ਹਾਜ਼ਰ ਹੋਏ ਹਾਂ। ਬਿਲਕੁਲ, ਆਮ ਤੌਰ ਦੇ ਉੱਤੇ ਸਾਡੇ ਦਰਸ਼ਕ ਆ ਜਿਹੜੇ ਉਹ ਚੰਗੀ ਤਰ੍ਹਾਂ ਜਾਣਦੇ ਹੀ ਆ ਵੀ ਜਦੋਂ ਅਸੀਂ ਭਾਰਤ ਦੇ ਵਿੱਚ ਹੁੰਨੇ ਆ ਜਾਂ ਤਾਂ ਸੰਬੰਧਿਤ ਸ਼ਖਸੀਅਤ ਦੇ ਕੋਲ ਗਏ ਹੁੰਨੇ ਤੇ ਜਾਂ ਉਹ ਸ਼ਖਸੀਅਤ ਸਾਡੇ ਕੋਲੇ ਸਟੂਡੀਓ ਦੇ ਵਿੱਚ ਹੁੰਦੀ ਆ ਜੀ। ਸੋਫਿਆਂ ਦੇ ਉੱਤੇ ਬੈਠ ਕੇ ਗੱਲਬਾਤ ਕਰਦੇ ਆ। ਪਰ ਕਿਉਂਕਿ ਅਸੀਂ ਇਸ ਵਕਤ ਨਿਊਜ਼ੀਲੈਂਡ ਦੇ ਵਿੱਚ ਆ, ਸ਼ਹਿਰ ਪਾਪਾਟੋਏ ਦੇ ਵਿੱਚ, ਇਸ ਕਰਕੇ ਤਕਨੀਕ ਦੇ ਮਾਧਿਅਮ ਰਾਹੀਂ ਅਸੀਂ ਹੁਣ ਤੱਕ ਕਈ ਸੱਜਣਾਂ ਦੇ ਨਾਲ, ਕਈ ਸ਼ਖਸੀਅਤਾਂ ਨਾਲ ਗੱਲਬਾਤ ਕੀਤੀ ਹੈ ਤੇ ਉਸੇ ਲੜੀ ਦੇ ਤਹਿਤ ਹੀ ਅੱਜ ਗੱਲਬਾਤ ਕਰਨ ਲੱਗੇ ਆ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਨਾਲ। ਬਿਲਕੁਲ ਸਹੀ। ਤੇ ਜਾਣਾਂਗੇ ਉਹਨਾਂ ਤੋਂ ਕੁਝ ਇੱਕ ਵਿਵਾਦ ਜਿਹੜੇ ਨਵੇਂ ਉਹਨਾਂ ਦੇ ਨਾਲ ਜੁੜ ਗਏ ਨੇ। ਬਿਲਕੁਲ, ਕਈ ਨਵੇਂ ਵਿਵਾਦ ਤੇ ਕੁਝ ਕੁ ਨਵੇਂ ਸਵਾਲ ਜਿਹੜੇ ਕਿ ਅਸੀਂ ਕਰਨੇ ਚਾਹੁੰਦੇ ਆ। ਸ਼ੰਕਾ ਨਿਵਰਤੀ ਦੇ ਰੂਪ ਦੇ ਵਿੱਚ ਉਹ ਕੀ ਕਹਿੰਦੇ ਆ, ਇਹ ਹੁਣ ਵਕਤ ਬਿਆਨ ਕਰੂਗਾ ਤੇ ਪਹਿਲਾਂ ਆਪਾਂ ਸਵਾਗਤ ਕਰੀਏ। ਜੀ ਬਿਲਕੁਲ, ਬਹੁਤ-ਬਹੁਤ ਸਵਾਗਤ ਹੈ ਭਾਈ ਸਾਹਿਬ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਦੋਵਾਂ ਨੂੰ ਜੀ। ਸਵਰਨ ਸਿੰਘ ਟਾਣਾ ਜੀ, ਤੁਹਾਨੂੰ ਵੀ ਤੇ ਭੈਣ ਜੀ ਨੂੰ ਵੀ। ਭਾਈ ਸਾਹਿਬ ਤੰਦਰੁਸਤੋਂ ਚੜ੍ਹਦੀ ਕਲਾ ਦੇ ਵਿੱਚੋਂ ਜ਼ਿੰਦਾਬਾਦ ਹੋ? ਬਿਲਕੁਲ ਠੀਕ ਆ ਜੀ, ਚੜ੍ਹਦੀ ਕਲਾ ਵਿੱਚ ਆ। ਤੁਸੀਂ ਸੁਣਾਓ ਕਿਸ ਤਰ੍ਹਾਂ? ਮੈਂ ਤੁਹਾਨੂੰ ਪਹਿਲਾਂ ਪੁੱਛ ਲਾਂ ਦੋ ਤਿੰਨ ਸਵਾਲ ਜੀ। ਪਹਿਲਾਂ ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਗਏ ਥੋੜੇ ਟਾਈਮ ਵਾਸਤੇ ਸੀ ਤੇ ਲੰਮਾ ਟਾਈਮ ਲਾਇਆ ਕਾਫੀ ਤੁਸੀਂ, ਕਾਰਨ ਕੀ ਹੋਇਆ? ਅਸਲ ਦੇ ਵਿੱਚ ਗੱਲ ਇਹ ਹੋਈ ਭਾਈ ਸਾਹਿਬ ਕਿ ਆਏ ਤਾਂ ਅਸੀਂ ਥੋੜੇ ਦਿਨ ਦੇ ਲਈ ਹੀ ਸੀ, ਜਿਵੇਂ ਤੁਸੀਂ ਦੱਸਿਆ। ਬਾਅਦ ਦੇ ਵਿੱਚ ਅਚਾਨਕ ਤਾਲਾਬੰਦੀ ਹੋ ਗਈ ਤੇ ਪੂਰੀ ਦੁਨੀਆ ਰੁਕ ਗਈ ਤੇ ਫਿਰ ਅਸੀਂ ਵੀ ਰੁਕ ਗਏ, ਜਹਾਜ਼ ਬੰਦ ਹੋ ਗਏ। ਅਸੀਂ ਵੀ ਉਡੀਕੀ ਜਾਂਦੇ ਆ ਵੀ ਜਹਾਜ਼ ਕਦੋਂ ਉੱਡਣੇ ਸ਼ੁਰੂ ਹੁੰਦੇ ਆ ਤੇ ਉੱਡ ਕੇ ਭਾਰਤ ਦੇ ਵਿੱਚ ਲੈਂਦੇ ਕਦੋਂ ਆ। ਤੇ ਤੁਹਾਡਾ ਮਨ ਹੁਣ ਲੱਗਿਆ ਹੋਇਆ, ਕਿਸ ਤਰ੍ਹਾਂ ਫੀਲ ਕਰਦੇ ਆ? ਮਨ ਦੇਖੋ, ਇੱਥੋਂ ਦੇ ਪ੍ਰਬੰਧਾਂ ਦੇ ਮੁਤਾਬਕ, ਇੱਥੋਂ ਦੇ ਲੋਕਾਂ ਦੇ ਮੁਤਾਬਕ, ਇੱਥੋਂ ਦੀਆਂ ਸਰਕਾਰਾਂ ਦੇ ਮੁਤਾਬਕ ਤਾਂ ਲੱਗਿਆ ਹੋਇਆ, ਪਰ ਆਪਦੇ ਵਤਨ ਦੀ, ਆਪਦੇ ਪਿੰਡ ਦੀ, ਆਪਣੇ ਟੱਬਰ ਦੇ ਜੀਆਂ ਦੀ ਤਾਂਘ ਆ ਜਿਹੜੀ ਉਹ ਕੁਰਬਲ ਜੀ ਹੁੰਦੀ ਆ। ਔਲਦੇ ਆ ਅਸੀਂ ਹੁਣ ਛੇਤੀ ਆ ਜਾਈਏ। ਕਾਫੀ ਫਰਕ ਮਹਿਸੂਸ ਕੀਤਾ ਤੁਸੀਂ ਇੰਡੀਆ ਦੇ ਸਿਸਟਮ ਤੇ ਨਿਊਜ਼ੀਲੈਂਡ ਦੇ ਸਿਸਟਮ ਵਿੱਚ? ਜ਼ਮੀਨ ਅਸਮਾਨ ਦਾ ਅੰਤਰ ਆ ਜੀ, ਜ਼ਮੀਨ ਅਸਮਾਨ ਦਾ ਅੰਤਰ ਆ। ਮੈਂ ਅੱਗੇ ਵੀ ਇਹ ਗੱਲ ਕਹਿਣਾ ਹੁੰਨਾ ਹਰਮਨ ਜੀ ਨੂੰ ਕਿ ਅਸਲ ਦੇ ਵਿੱਚ ਸਿਰਫ ਸਰਕਾਰਾਂ ਨਹੀਂ, ਅਸੀਂ ਵੀ ਸਾਰੇ ਵੱਡੀ ਗਿਣਤੀ ਦੇ ਵਿੱਚ ਲੋਕ ਗਲਤ ਆ। ਕਿਉਂਕਿ ਅਸੀਂ ਕਹਿ ਦਿੰਦੇ ਹਾਂ ਸਰਕਾਰਾਂ ਨਹੀਂ ਕੁਝ ਕਰਦੀਆਂ, ਸਰਕਾਰਾਂ ਕਹਿੰਦੀਆਂ ਲੋਕ ਨਹੀਂ ਕੁਝ ਕਰਦੇ। ਜਿੰਨੀ ਦੇਰ ਤੱਕ ਭਾਰਤ ਦੇ ਲੋਕ ਆ ਜਿਹੜੇ ਉਹ ਆਪਣੀ ਜ਼ਿੰਮੇਵਾਰੀ ਆਪਣੇ ਪੱਧਰ ਦੇ ਉੱਤੇ ਹਰ ਵਿਅਕਤੀ ਨਿੱਜੀ ਤੌਰ ਦੇ ਉੱਤੇ ਨਹੀਂ ਨਿਭਾਉਂਦਾ, ਉਨੀ ਦੇਰ ਤੱਕ ਕੁਝ ਨਹੀਂ ਹੋਣਾ। ਪਰ ਅਸੀਂ ਇੱਥੇ ਬੜਾ ਕੁਝ ਤੁਲਨਾਤਮਕ ਅਧਿਐਨ ਦੇ ਰੂਪ ਦੇ ਵਿੱਚ ਵੇਖਿਆ। ਬਿਲਕੁਲ ਟਾਣਾ ਸਾਹਿਬ, ਕਿਉਂਕਿ ਰॉ ਮਟੀਰੀਅਲ ਤਾਂ ਅਸੀਂ ਉਸੇ ਸਮਾਜ ਚੋਂ ਚੱਕਣਾ, ਚਾਹੇ ਲੀਡਰ ਚੱਕਣੇ ਹੋਣ, ਚਾਹੇ ਆਫੀਸਰ ਚੁੱਕਣੇ ਹੋਣ, ਚਾਹੇ ਕਿਸੇ ਵੀ ਮਹਿਕਮੇ 'ਚ ਜਾਣਾ ਹੋਵੇ, ਈਵਨ ਕਿ ਧਰਮ ਵਿੱਚ ਵੀ ਜੇ ਜਾਣਾ ਹੈ ਤਾਂ ਰॉ ਮਟੀਰੀਅਲ ਉੱਥੋਂ ਹੀ ਆਉਣਾ ਸਮਾਜ ਵਿੱਚੋਂ। ਤੇ ਇਸ ਕਰਕੇ ਫਿਰ ਜਿੱਥੇ ਜਿੱਥੇ ਉਹ ਫਿੱਟ ਹੁੰਦਾ ਹੈ ਉਹ 95-5 ਦੀ ਰੇਸ਼ੋ ਹੀ ਰਹਿ ਜਾਂਦੀ ਹੈ ਸਾਡੇ ਵਿੱਚ। ਚਾਹੇ ਉਹ ਜਿਸ ਫੀਲਡ ਵਿੱਚ ਜਾਂਦੇ ਹੈ ਉਹ 95 ਸਾਡੇ ਬੇਈਮਾਨ ਸਿਸਟਮ ਚੱਲ ਰਿਹਾ, ਬੇਈਮਾਨੀ ਵਾਲਾ, ਤੇ 5% ਜਿਹੜਾ ਹੈ ਉਹ ਇਮਾਨਦਾਰੀ ਵਾਲਾ। ਉਹੀ ਜਿਹੜਾ ਹਰ ਜਗ੍ਹਾ ਰੇਸ਼ੋ ਜਦੋਂ ਨਿਕਲਦੀ ਹੈ ਤਾਂ ਚਾਹੇ ਧਰਮ ਵਿੱਚ ਵੀ ਆਵੇ ਉੱਥੋਂ ਹੀ ਚੱਕਣੇ ਪੈਣੇ ਨੇ ਬੰਦੇ। ਬਿਲਕੁਲ ਤੁਹਾਡੀ ਗੱਲ ਸਹੀ ਆ। ਤੇ ਆਪਾਂ ਸਿੱਧੇ ਸਵਾਲਾਂ ਦੇ ਵੱਲ ਜਾਣ ਤੋਂ ਪਹਿਲਾਂ ਮੈਂ ਥੋੜਾ ਜਿਹਾ ਇੱਕ ਹੋਰ ਜਾਣਕਾਰੀ ਦੇਣੀ ਚਾਹੁੰਦਾ ਵੀ ਅਸੀਂ ਜਿੰਨੇ ਸਮੇਂ ਤੋਂ ਇੱਥੇ ਆ ਕਿਸੇ ਦੀ ਭਾਵਨਾ ਭੜਕਦੀ ਨਹੀਂ ਵੇਖੀ। ਇਹ ਗੱਲ ਸਾਨੂੰ ਬੜੀ ਚੰਗੀ ਲੱਗੀ ਆ। ਸਾਰੇ ਲੋਕ ਮਿਹਨਤ ਦੇ ਨਾਲ, ਕਿਰਤ ਦੇ ਨਾਲ ਜੁੜੇ ਹੋਏ ਆ ਤੇ ਮੈਨੂੰ ਇਉਂ ਲੱਗਦਾ ਵੀ ਬਾਬੇ ਨਾਨਕ ਜੀ ਦੇ ਸਿਧਾਂਤਾਂ ਨੂੰ ਅਸਲ ਦੇ ਵਿੱਚ ਇੱਥੋਂ ਦੇ ਗੋਰਿਆਂ ਨੇ ਅਪਣਾਇਆ। ਅਸੀਂ ਲੋਕ ਤਾਂ ਪੰਜਾਬ ਦੇ ਵਿੱਚ ਰਹਿ ਕੇ ਅਪਣਾ ਹੀ ਨਹੀਂ ਸਕੇ। ਨਾ ਅਸੀਂ ਕੁਦਰਤ ਦੀ ਕਦਰ ਕੀਤੀ, ਨਾ ਅਸੀਂ ਸੱਚ ਦੇ ਨੇੜੇ ਆ, ਨਾ ਹੀ ਅਸੀਂ ਉਸ ਪੱਧਰ ਦੇ ਉੱਤੇ ਕਿਰਤ ਕਰਦੇ ਆ। ਇੱਥੇ ਸਾਰਾ ਕੁਝ ਦੇਖ ਕੇ ਇਉਂ ਲੱਗਾ ਵੀ ਬਾਬੇ ਨਾਨਕ ਜੀ ਨੂੰ ਫੋਲੋ ਤਾਂ ਅਸਲ ਅਰਥਾਂ ਦੇ ਵਿੱਚ ਇੱਥੋਂ ਦੇ ਲੋਕ ਕਰ ਰਹੇ ਆ। ਟਾਣਾ ਸਾਹਿਬ, ਜਿਹੜੀ ਤੁਸੀਂ ਸਟੇਟਮੈਂਟ ਦੇ ਰਹੇ ਆ ਨਾ ਜੀ, ਮੇਰਾ ਇਸ ਸਟੇਟਮੈਂਟ ਤੇ ਬੜਾ ਵਿਵਾਦ ਛਿੜ ਚੁੱਕਿਆ। ਇਹਨਾਂ ਨੇ ਛੇੜਿਆ ਸੀ। ਮੈਂ ਕਿਹਾ ਸੀ ਗੁਰੂ ਗ੍ਰੰਥ ਸਾਹਿਬ ਤਾਂ ਗੋਰਿਆਂ ਦੇ ਗੁਰੂ ਹੋਣੇ ਚਾਹੀਦੇ ਸੀ। ਲੱਗਦਾ ਇਹ ਹੈ ਵੀ ਉਹਨਾਂ ਨੇ ਅਪਣਾਇਆ, ਇਹ ਗੱਲ ਕਹੀ ਸੀ। ਅੱਛਾ, ਮੈਂ ਇੱਕ ਹੋਰ ਤੁਹਾਡੇ ਤੋਂ ਸਵਾਲ ਪੁੱਛਣਾ। ਤੁਸੀਂ ਇੱਕ ਜਗ੍ਹਾ ਗਏ ਸੀ ਜਿੱਥੇ ਤੁਸੀਂ ਵੀਡੀਓ ਪਾਈ ਸੀ ਵੀ ਇੱਥੇ ਜੇ ਇਹ ਭਾਰਤ ਵਿੱਚ ਹੁੰਦਾ ਤਾਂ ਇਹਦਾ ਬਣ ਜਾਣਾ ਸੀ, ਕੋਈ ਤੀਰਥ ਸਥਾਨ ਬਣ ਜਾਣਾ ਸੀ, ਇੱਥੇ ਲੋਕਾਂ ਨੇ ਮੱਥੇ ਟੇਕਣ ਲੱਗ ਜਾਣਾ ਸੀ। ਕੁਛ ਉਹ ਜਗ੍ਹਾ ਵੀ ਸੀ ਕੋਈ? ਹਾਂਜੀ ਬਿਲਕੁਲ ਜੀ। ਇੱਥੇ ਨਾ ਰੋਟੋਰੂਆ ਨਾਂ ਦੀ ਇੱਕ ਜਗ੍ਹਾ, ਰੋਟੋਰੂਆ, ਉੱਥੇ ਗਏ ਸੀ। ਉੱਥੇ ਸਲਫਰ ਵਾਲਾ ਪਾਣੀ ਨਿਕਲਦਾ। ਉੱਥੇ ਆਪਣੇ ਆਪ ਧਰਤੀ ਦੇ ਵਿੱਚੋਂ ਸਲਫਰ ਵਾਲਾ ਪਾਣੀ ਜਿਹੜਾ ਉਹ ਫੁੱਟਦਾ ਹੈ, ਗੰਧਕਾ ਜਿਹੜੀ ਆਉਂਦੀ ਆ ਤੇ ਲੋਕ ਉਸ ਪਾਣੀ ਨੂੰ ਇਹ ਮੰਨਦੇ ਆ ਵੀ ਧਰਤੀ ਦੇ ਵਿੱਚ ਕਿਉਂਕਿ ਸਲਫਰ ਦੇ ਕਰਕੇ ਤੇ ਇਹ ਸਾਰਾ ਕੁਝ ਹੁੰਦਾ ਵੀ ਉੱਥੇ ਕੋਈ ਧਾਰਮਿਕਤਾ ਦੇ ਨਾਲ ਇਸ ਗੱਲ ਨੂੰ ਨਹੀਂ ਜੋੜਿਆ ਜਾਂਦਾ ਜੀ। ਜੇ ਇੰਡੀਆ ਵਿੱਚ ਹੁੰਦਾ ਤਾਂ ਫਿਰ ਜੋੜ ਦੇਣਾ ਸੀ, ਮੱਥੇ ਟਿਕ ਜਾਣੇ ਸੀ।
ਇਹ ਗੱਲ ਤੁਹਾਡੀ 100% ਦੀ ਸੱਚੀ ਹੈ, ਕਿਉਂਕਿ ਅਸੀਂ ਵੈਸੇ ਵੀ ਇੱਥੇ ਜੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਡਾ ਉਹਨਾਂ ਵੱਲ ਧਿਆਨ ਗਿਆ ਕਿ ਚਾਹੇ ਆਲੇ ਦੁਆਲੇ ਦੀ ਗੱਲ ਕਰੀਏ, ਅਸੀਂ ਜਦੋਂ ਪਹਾੜਾਂ ਦੇ ਵਿੱਚੋਂ ਦੀ ਵੀ ਕਿਤੇ ਨਿਕਲ ਕੇ ਜਾਂਦੇ ਸੀ ਤਾਂ ਉੱਥੇ ਪਹਾੜਾਂ ਤੇ ਕੋਈ ਧਾਰਮਿਕ ਸਥਾਨ ਨਹੀਂ ਸੀ। ਉੱਥੇ ਅਸੀਂ ਕਿਤੇ ਵੀ ਕਹਿ ਲਓ ਵੀ ਇਦਾਂ ਦੀ ਕੋਈ ਜਗ੍ਹਾ ਨਹੀਂ ਵੇਖੀ ਜਿੱਥੇ ਲੋਕ ਮੱਥੇ ਟੇਕ ਰਹੇ ਹੋਣ, ਪਰ ਲੋਕ ਕੁਦਰਤ ਦੇ ਬਹੁਤ ਜ਼ਿਆਦਾ ਨੇੜੇ ਨੇ ਇੱਥੇ ਦੇ ਰਹਿਣ ਤੇ ਵਾਲੇ। ਅਸੀਂ ਇੱਕ ਗੋਰੇ ਦੇ ਨਾਲ ਗੱਲ ਕੀਤੀ, ਅਸੀਂ ਗੋਰੇ ਨੂੰ ਪੁੱਛਿਆ ਵੀ ਭਾਈ ਤੇਰੀ ਕਦੇ ਭਾਵਨਾ ਭੜਕੀ ਆ? ਉਹਦੀ ਸਟੇਟਮੈਂਟ ਸੀ, ਉਹਦਾ ਬਿਆਨ ਸੀ ਕਿ ਮੇਰਾ ਰੱਬ ਬਿਨਾਂ ਸਰ ਜਾਂਦਾ। ਬਿਲਕੁਲ। ਅੱਛਾ, ਹੁਣ ਗੱਲ ਇਹ ਹੈ ਜੀ, ਉਹਨਾਂ ਨੇ ਮੇਰਾ ਖਿਆਲ ਹੈ ਸਾਰੀ ਧਰਤੀ ਨੂੰ ਹੀ ਧਰਮਸ਼ਾਲਾ ਬਣਾ ਲਿਆ ਆ। ਜਿਹੜੀ ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ ਕਿ ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਆ, ਭਾਈ ਸਾਹਿਬ ਦਾ ਬਚਨ ਹੈ ਗੁਰਦਾਸ ਜੀ ਦਾ। ਉਹ ਕਹਿੰਦੇ ਸੀ ਘਰ ਘਰ ਵਿੱਚ ਹੀ ਧਰਮਸ਼ਾਲਾ ਬਣ ਜਾਵੇ, ਗੁਰਦੁਆਰਿਆਂ ਵਰਗੇ ਤੁਹਾਡੇ ਘਰ ਹੋਣੇ ਚਾਹੀਦੇ ਸੀ, ਨਾ ਕਿ ਅਸੀਂ ਸਪੈਸ਼ਲੀ ਮੰਨੀਏ ਵੀ ਇੱਥੇ ਜਾ ਕੇ ਧਰਮ ਕਮਾਵਾਂਗੇ। ਧਰਮ ਤਾਂ ਸਾਰੀ ਧਰਤੀ ਤੇ ਕਮਾਉਣਾ ਸੀ ਨਾ। ਹਾਂਜੀ, ਤੇ ਬਾਕੀ ਚਲੋ ਹੁਣ ਤੁਸੀਂ ਜਿਹੜਾ ਸਵਾਲ ਕਰਨਾ ਸੀ, ਹੁਣ ਮੇਰਾ ਖਿਆਲ ਹੈ ਜੇ ਤੁਹਾਨੂੰ ਟਾਈਮ ਲੱਗਣਾ ਇੰਡੀਆ ਆਉਣ ਵਿੱਚ, ਹੈ ਜੀ? ਹਾਂਜੀ, ਕੋਸ਼ਿਸ਼ ਹੈ ਜੀ। ਜਦੋਂ ਇਹ ਉਚੇਚੇ ਤੌਰ ਦੇ ਉੱਤੇ ਜਹਾਜ਼ ਆ ਜਿਹੜੇ ਭਾਰਤ ਦੇ ਵੱਲੋਂ ਭੇਜੇ ਗਏ ਤੇ ਉਦੋਂ ਅਸੀਂ ਬਹਿਣ ਦੀ ਵਿੱਚ ਕੋਸ਼ਿਸ਼ ਕਰਾਂਗੇ ਤੇ ਫਿਰ ਆਪਾਂ ਰਾਬਤੇ ਦੇ ਵਿੱਚ ਬਾਕੀ ਸਾਥੀਆਂ ਦੇ ਵਾਂਗੂ ਰਵਾਂਗੇ। ਪਹਿਲਾ ਸਵਾਲ ਇਹੀ ਆ ਭਾਈ ਸਾਹਿਬ ਕਿ ਪਿਛਲੇ ਕਈ ਦਿਨਾਂ ਤੋਂ ਫਿਰ ਉਹੀ ਵਿਵਾਦ, ਫਿਰ ਉਹੀ ਚਰਚਾ, ਫਿਰ ਉਹੀ ਅਗਾਊਂ ਭਵਿੱਖਬਾਣੀਆਂ ਦੀ ਗੱਲ ਚੱਲ ਰਹੀ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਉੱਤੇ ਹਮਲਾ ਹੋ ਸਕਦਾ। ਤੁਸੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਗੱਲ ਕਹੀ ਹੈ ਕਿ ਮੈਨੂੰ ਕਈ ਮਾਰਨ ਨੂੰ ਫਿਰਦੇ ਆ, ਕਈਆਂ ਦੀਆਂ ਅੱਖਾਂ ਦੇ ਵਿੱਚ ਮੈਂ ਰੜਕਦਾ, ਕਈ ਲੋਕ ਮੇਰੇ ਪ੍ਰਤੀ ਨਫ਼ਰਤ ਦੀ ਭਾਵਨਾ ਵੀ ਰੱਖਦੇ ਆ। ਆ ਜਿਹੜਾ ਹੁਣ ਪਤਾ ਲੱਗਾ ਕਿ ਤੁਹਾਨੂੰ ਤੇ ਕੁਝ ਰਾਜਨੀਤਿਕ ਲੋਕਾਂ ਨੂੰ ਮਾਰਨ ਨੂੰ ਫਿਰਦੇ ਆ, ਤੁਹਾਨੂੰ ਨਿੱਜੀ ਤੌਰ ਦੇ ਉੱਤੇ ਵੀ ਕਿਸੇ ਨੇ ਧਮਕੀ ਦਿੱਤੀ ਹੈ ਜਾਂ ਸਿਰਫ ਤੇ ਸਿਰਫ ਏਜੰਸੀਆਂ ਦੇ ਰਾਹੀਂ ਆ? ਨਹੀਂ, ਨਿੱਜੀ ਤੌਰ ਦੇ ਉੱਤੇ ਤਾਂ ਆਪਾਂ ਸੋਸ਼ਲ ਮੀਡੀਆ ਉੱਤੇ ਸੁਣਦੇ ਰਹਿੰਦੇ ਆ, ਕਈ ਬੰਦੇ ਬੋਲਦੇ ਰਹਿੰਦੇ ਆ ਕਿ ਲੋਕਡਾਊਨ ਖੁੱਲਿਆ, ਅਸੀਂ ਉੱਥੇ ਜਾਣਾ ਆ, ਅਸੀਂ ਇਦਾਂ ਕਰਨਾ ਆ, ਕੁਛ ਨਾ ਕੁਛ ਤਾਂ ਚੱਲਦਾ ਰਹਿੰਦਾ ਹੈ। ਪਰ ਇਹ ਭਾਰਤੀ ਕੋਈ ਖੂਫੀਆ ਵਿਭਾਗ ਵੱਲੋਂ ਰਿਪੋਰਟ ਮੀਡੀਆ ਵਿੱਚ ਹੀ ਆਈ ਸੀ, ਮੀਡੀਆ ਵਿੱਚ ਹੀ ਮੈਂ ਸੁਣਿਆ। ਮੀਡੀਆ ਵਿੱਚ ਕੋਈ ਰਿਪੋਰਟ ਉਹਨਾਂ ਨੇ ਦਿੱਤੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਵੀ ਇਹਨਾਂ ਨੂੰ ਖਤਰਾ ਆ, ਇਹਨਾਂ ਦੇ ਮਾਰਨ ਦੀ ਪਲੈਨਿੰਗ ਹੋ ਰਹੀ ਹੈ। ਉਸ ਤੋਂ ਬਾਅਦ ਥੋੜ੍ਹਾ ਜਿਹਾ ਸਾਰੇ ਹਰਕਤ ਵਿੱਚ ਆਏ ਹੈ। ਉਹ ਸਾਰੀਆਂ ਖਬਰਾਂ ਜਿੰਨੀਆਂ ਕੁ ਲੋਕਾਂ ਕੋਲ ਨੇ ਉਨੀਆਂ ਕੀ ਮੇਰੇ ਕੋਲ ਨੇ। ਤੇ ਤੁਹਾਡੇ ਮਨ ਦੇ ਵਿੱਚ ਕਿਸੇ ਕਿਸਮ ਦਾ ਕੋਈ ਡਰ ਕਿ ਭਾਈ ਸੱਚੀ ਮੁੱਚੀ ਹੁਣ ਤਾਂ ਏਜੰਸੀਆਂ ਵੀ ਇਹ ਗੱਲ ਕਹਿਣ ਲੱਗ ਪਈਆਂ ਵੀ ਰਣਜੀਤ ਸਿੰਘ ਢੱਡਰੀਆਂ ਵਾਲਾ ਨਿਸ਼ਾਨੇ ਦੇ ਉੱਤੇ ਆ, ਇਹ ਪਾਕਿਸਤਾਨ ਦੀਆਂ ਕੁਝ ਕੁ ਏਜੰਸੀਆਂ ਇਹ ਚਾਹੁੰਦੀਆਂ ਵੀ ਮੁਕਾ ਦਈਏ, ਗੱਲ ਖਤਮ ਕਰ ਦਈਏ, ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ? ਤੁਹਾਡੇ ਮਨ ਦੇ ਵਿੱਚ ਕੋਈ ਇਦਾਂ ਦਾ ਡਰ, ਕੋਈ ਸਹਿਮ ਪੈਦਾ ਹੋਇਆ ਕਿ ਨਹੀਂ? ਹਾਂ, ਕੋਈ ਪਤਾ ਨਹੀਂ ਜੀ, ਏਜੰਸੀਆਂ ਦਾ ਹੋ ਸਕਦਾ, ਕਈ ਵਾਰੀ ਇਦਾਂ ਵੀ ਹੋ ਸਕਦਾ ਕਿ ਨਾਮ ਕਿਸੇ ਹੋਰ ਦਾ ਹੋਵੇ, ਕਰੇ ਕੋਈ ਹੋਰ। ਇਦਾਂ ਦਾ ਵੀ ਕੋਈ ਮੇਰੇ ਮਨ ਨੂੰ ਲੱਗਦਾ ਵੀ ਕੀ ਪਤਾ ਲੱਗਦਾ ਉਹ ਪਲੈਨਿੰਗਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ। ਪਰ ਹੁਣ ਦੂਜੀ ਗੱਲ ਜਿਹੜਾ ਮੇਰੇ ਮਨ ਦੇ ਡਰ ਦੀ ਗੱਲ ਹੈ ਉਹ ਇਹ ਹੈ ਕਿ ਜਿਸ ਰਾਹ 'ਤੇ ਆਪਾਂ ਚੱਲੇ ਆ, ਜਿਹੜੀਆਂ ਗੱਲਾਂ ਆਪਾਂ ਕਰਦੇ ਹਾਂ, ਉਹਦੇ ਵਿੱਚ ਅੱਜ ਤੱਕ ਇਹਨਾਂ ਨੇ ਇਲਜ਼ਾਮ ਭੈੜੇ ਤੋਂ ਭੈੜਾ ਲਾਇਆ। ਔਰ ਪਹਿਲਾਂ ਇੱਕ ਵਾਰ ਅਟੈਕ ਹੋ ਚੁੱਕਿਆ, ਹੋ ਸਕਦਾ ਹੈ ਇੱਦਾਂ ਦਾ ਕੁਝ ਹੋਵੇ, ਪਰ ਹੁਣ ਉਹ ਕੀਤਾ ਕੀ ਜਾ ਸਕਦਾ ਜੀ? ਜਦੋਂ ਬੰਦਿਆਂ ਦੇ ਅੰਦਰ ਇਹ ਪੈਦਾ ਹੀ ਹੋ ਗਿਆ, ਉਹਨਾਂ ਨੇ ਸੋਚ ਹੀ ਲਿਆ ਆ ਕਿ ਰਣਜੀਤ ਸਿੰਘ ਦਾ ਅਸੀਂ ਵਿਰੋਧ ਕਰਨਾ ਹੀ ਕਰਨਾ ਹੈ। ਉਹ ਚਾਹੇ ਠੀਕ ਗੱਲ ਕਰੇ, ਚਾਹੇ ਗਲਤ ਗੱਲ ਕਰੇ, ਹਰ ਗੱਲ ਹੁੰਦੀ ਕੁਝ ਹੋਰ ਹੈ, ਟੋਟਲੀ ਬਦਲ ਦਿੱਤੀ ਜਾਂਦੀ ਹੈ, ਬਣਾ ਦਿੱਤੀ ਜਾਂਦੀ ਹੈ। ਹਾਂਜੀ, ਪਰ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਹੜੀ ਇਹ ਖੂਫੀਆ ਏਜੰਸੀ ਨੇ ਜਿਹੜੀ ਵੀ ਰਿਪੋਰਟ ਨਸ਼ਰ ਕੀਤੀ ਹੈ ਕਿ ਤੁਹਾਨੂੰ ਮਾਰ ਦਿੱਤਾ ਜਾਊਗਾ ਜਾਂ ਤੁਹਾਡੀ ਜਾਨ ਨੂੰ ਖਤਰਾ ਹੈ, ਇਹਦੇ ਪਿੱਛੇ ਕਾਰਨ ਤੁਹਾਡੀਆਂ ਗੱਲਾਂ ਹੀ ਨਹੀਂ ਜਾਂ ਕੋਈ ਹੋਰ ਕਾਰਨ ਵੀ ਹੈ? ਨਹੀਂ, ਉਹਦਾ ਕਾਰਨ ਇਹ ਹੈ ਜੀ, ਜਿਹੜੇ ਹੁਣ ਮੰਨ ਲਓ ਇਲਜ਼ਾਮ ਭੈਣ ਜੀ ਲਾਏ ਜਾ ਰਹੇ ਆ ਮੇਰੇ ਪ੍ਰਤੀ, ਇਦਾਂ ਦੇ ਸ਼ਬਦ ਵਰਤੇ ਜਾਂਦੇ ਆ ਕਿ ਮੈਂ ਗੁਰੂ ਸਾਹਿਬ ਦਾ ਵਿਰੋਧੀ ਆ, ਮੈਂ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਬੋਲਦਾ। ਜੇ ਹੁਣ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੇ ਸਟੇਟਮੈਂਟ ਦਿੱਤੀ ਸੀ ਕਿ ਢੱਡਰੀਆਂ ਵਾਲਾ ਦੂਜਾ ਨਿਰੰਕਾਰੀਆ ਪੈਦਾ ਹੋ ਗਿਆ, ਦੂਜਾ ਨਿਰੰਕਾਰੀਆ ਬਣ ਕੇ, ਨਕਲੀ ਨਿਰੰਕਾਰੀਆ ਬਣ ਕੇ ਸਿੱਖਾਂ ਦੇ ਸਿਰ ਤੇ ਬਹਿਣਾ ਚਾਹੁੰਦਾ ਹੈ। ਜੇ ਜ਼ਿੰਮੇਵਾਰ ਇਦਾਂ ਦੀ ਪਰਸਨੈਲਿਟੀ ਹੈ, ਉਹ ਇਦਾਂ ਜਦੋਂ ਬਿਆਨ ਦਊਗੀ ਤਾਂ ਆਮ ਸਿੱਖ ਜਿਹੜਾ ਵੀ ਕਿਤੇ ਬੈਠਾ ਆ ਉਹ ਭੜਕੂਗਾ, ਕਿਉਂਕਿ ਅਗਲਾ ਕਹਿੰਦਾ ਨਿਰੰਕਾਰੀਆ, ਇਹਦਾ ਮਤਲਬ ਜੇ ਇਹਦੇ ਨਾਂ ਨਾਲ ਨਿਰੰਕਾਰੀਆ ਲੱਗਦਾ ਹੈ ਤਾਂ ਇਹ ਪੰਥ ਦੁਖੀ ਹੈ। ਉਸ ਤੋਂ ਬਾਅਦ ਫਿਰ ਜਿਹੜੇ ਬੰਦੇ ਆਪਣੇ ਆਪਣੇ ਤਰੀਕੇ ਨਾਲ ਕਰ ਸਕਦੇ ਨੇ ਫਿਰ ਉਹ ਕਰਦੇ ਨੇ, ਕੋਈ ਹਥਿਆਰ ਨਾਲ, ਕੋਈ ਵਿਚਾਰ ਨਾਲ, ਕੋਈ ਕਲਮ ਨਾਲ। ਜਿੱਦਾਂ ਅਗਲੇ ਤੋਂ ਅਟੈਕ ਹੁੰਦਾ ਹੈ ਉਹ ਸਾਰੇ ਅਟੈਕ ਫਿਰ ਹੋਣੇ ਸ਼ੁਰੂ ਹੋ ਜਾਂਦੇ ਹੈ, ਜੋ ਪਿਛਲੇ 4 ਸਾਲਾਂ ਤੋਂ ਲਗਾਤਾਰ ਹੋ ਰਹੇ ਹੈ ਜੀ। ਪਰ ਜਦੋਂ ਹੁਣ ਤੁਹਾਨੂੰ ਇਹ ਧਮਕੀ ਮਿਲੀ ਅਸਿੱਧੇ ਤੌਰ ਦੇ ਉੱਤੇ, ਜਦੋਂ ਤੁਹਾਡੇ ਤੱਕ ਵੀ ਜਾਣਕਾਰੀ ਇਹ ਪਹੁੰਚੀ,
ਉਸ ਤੋਂ ਬਾਅਦ ਤੁਹਾਡੀ ਸੁਰੱਖਿਆ ਦੇ ਵਿੱਚ ਵਾਧਾ ਕੀਤਾ ਗਿਆ, ਜਾਂ ਤੁਸੀਂ ਇਹ ਗੱਲ ਕਹਿਤੀ ਕਿ ਨਹੀਂ ਰੱਬ ਦੇ ਬੰਦੇ ਨੂੰ ਕੋਈ ਲੋੜ ਨਹੀਂ ਗੀ, ਮੈਂ ਇਹ ਸੁਰੱਖਿਆ ਦੇ ਵਿੱਚ ਯਕੀਨ ਨਹੀਂ ਕਰਦਾ? ਨਹੀਂ, ਇਦਾਂ ਦੀ ਗੱਲ ਨਹੀਂ ਜੀ। ਜੋ ਬਣਦਾ ਸਾਡਾ ਸਿਸਟਮ ਹੈਗਾ ਹੈ ਡੈਮੋਕ੍ਰੈਟਿਕ ਹਿਸਾਬ ਦੇ ਨਾਲ, ਅਸੀਂ ਜਿਹੜੀ ਸ਼ਿਕਾਇਤ ਕਰ ਸਕਦੇ ਹੁੰਦੇ ਆ, ਕੋਈ ਸਾਨੂੰ ਖਤਰਾ ਹੁੰਦਾ ਹੈ ਕਿਸੇ ਨੂੰ ਵੀ। ਮੇਰੀ ਗੱਲ ਛੱਡੋ, ਕਿਸੇ ਆਮ ਬੰਦੇ ਨੂੰ ਕੋਈ ਘੇਰਦਾ ਆ, ਉਹਨੂੰ ਕੁੱਟਦਾ ਆ, ਕੋਈ ਗਾਲੀ ਗਲੋਚ ਕਰਦਾ ਤਾਂ ਉਹ ਥਾਣੇ ਜਾ ਸਕਦਾ, ਹੋਰ ਆਪਣੇ ਤੌਰ ਦੇ ਉੱਤੇ ਤਾਂ ਕੁਝ ਵੀ ਨਹੀਂ ਕਰ ਸਕਦਾ। ਸੋ ਖੂਫੀਆ ਵਿਭਾਗ ਜਿਨ੍ਹਾਂ ਦੀ ਇਹਨਾਂ ਦੀ ਰਿਪੋਰਟ ਆਉਣ ਕਰਕੇ ਥੋੜਾ ਜਿਹਾ ਸਤਰਕ ਹੋਇਆ ਪ੍ਰਸ਼ਾਸਨ, ਪਰ ਅਜੇ ਤੱਕ ਇਦਾਂ ਨਹੀਂ ਹੈਗਾ। ਜੋ ਸਿਕਿਉਰਿਟੀ ਪਹਿਲਾਂ ਹੈਗੀ ਹੈ ਉਹ ਹੈ, ਪਰ ਅੱਗੇ ਨਾਲੋਂ ਸਤਰਕ ਨੇ ਥੋੜੇ ਜਿਹੇ ਬਸ। ਇੱਕ ਮੇਰੀ ਜਾਣਕਾਰੀ ਦੇ ਵਿੱਚ ਵਾਧਾ ਕਰਿਓ ਵੀ ਪਿਛਲੇ ਕਈ ਦਿਨਾਂ ਤੋਂ ਕਈ ਤਰ੍ਹਾਂ ਦੀ ਚਰਚਾ ਗਰਮ ਹੈ ਸੋਸ਼ਲ ਮੀਡੀਆ ਦੇ ਉੱਤੇ, ਤੁਹਾਨੂੰ ਅਪਸ਼ਬਦ ਵੀ ਕਹੇ ਜਾ ਰਹੇ ਆ, ਕੁਝ ਕੁ ਲੋਕ ਤੁਹਾਡੇ ਹੱਕ ਦੇ ਵਿੱਚ ਵੀ ਬੋਲ ਰਹੇ ਆ। ਇੱਕ ਵੀਡੀਓ ਦੇ ਥੱਲੇ ਇੱਕ ਵਿਅਕਤੀ ਦੇ ਵੱਲੋਂ ਕਮੈਂਟ ਕੀਤਾ ਜਾਂਦਾ ਜਿਹਦੇ ਵਿੱਚ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਬਤ ਅਪਸ਼ਬਦ ਲਿਖੇ ਆ ਜੀ, ਉਹਨਾਂ ਨੂੰ ਜਬਰ ਜਨਾਹ ਕਰਨ ਵਾਲਾ ਜਾਂ ਕੁਝ ਵੀ। ਮੈਂ ਤਾਂ ਆਪਣੇ ਮੂੰਹ ਦੇ ਵਿੱਚੋਂ ਇਹ ਸ਼ਬਦ ਕੱਢਦਾ ਹੀ ਖੁਦ ਨੂੰ ਬੜਾ ਬੁਰਾ ਮਹਿਸੂਸ ਕਰ ਰਿਹਾ। ਉਹਨੇ ਇਹ ਸ਼ਬਦ ਲਿਖੇ ਆ। ਹਾਂਜੀ, ਉਸ ਤੋਂ ਬਾਅਦ ਉਹਦੇ ਉੱਤੇ ਵਿਭਾਗੀ ਕਾਰਵਾਈ ਹੁੰਦੀ ਆ, ਪੁਲਿਸ ਕਾਰਵਾਈ ਕਰਦੀ ਆ। ਫਿਰ ਤੁਸੀਂ ਇੱਕ ਹੋਰ ਗੱਲ ਕਹੀ ਵੀ ਇਹ ਅਸਲ ਦੇ ਵਿੱਚ ਮੋਢੇ ਦੇ ਉੱਤੇ ਇਹਦੇ ਤੇ ਬੰਦੂਕ ਰੱਖ ਕੇ ਤੇ ਮੇਰਾ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕੀਤੀ ਜਾਣੀ ਆ, ਕਿਉਂਕਿ ਮੇਰੀਆਂ ਫੋਟੋਆਂ ਜਿਹੜੀਆਂ ਇਸ ਬੰਦੇ ਦੇ ਨਾਲ ਜਿਹੜੀਆਂ ਸੀ ਉਹ ਵਾਇਰਲ ਕੀਤੀਆਂ ਜਾ ਰਹੀਆਂ। ਤੁਸੀਂ ਵੇਲੇ ਤੋਂ ਪਹਿਲਾਂ ਇਹ ਖਦਸ਼ਾ ਕਿਵੇਂ ਜ਼ਾਹਰ ਕਰਤਾ? ਨਹੀਂ ਜੀ, ਇਦਾਂ ਸੀ, ਉਹ ਬੰਦੇ ਨੂੰ ਇਹਨਾਂ ਨੇ, ਉਹਨੇ ਕੋਈ ਕਿਤੇ ਕਮੈਂਟ ਕੀਤਾ ਤੇ ਉਹ ਜਿਹੜੇ ਥਾਣੇ ਦੇ ਵਿੱਚ ਬਦਨੀ ਕਲਾਂ ਦੇ ਵਿੱਚ ਸੀ, ਉੱਥੋਂ ਪਤਾ ਲੱਗ ਰਿਹਾ ਸੀ ਵੀ ਉਸ ਬੰਦੇ ਤੇ ਪ੍ਰੈਸ਼ਰ ਇਹ ਪਾਇਆ ਜਾ ਰਿਹਾ ਹੈ ਵੀ ਤੂੰ ਇਹ ਕਹਿ ਕਿ ਢੱਡਰੀਆਂ ਵਾਲੇ ਨੇ ਮੇਰਾ ਬ੍ਰੇਨ ਵਾਸ਼ ਕੀਤਾ ਤਾਂ ਮੈਂ ਇਦਾਂ ਦੇ ਅਪਸ਼ਬਦ ਗੁਰੂ ਸਾਹਿਬ ਵਾਸਤੇ ਵਰਤੇ ਨੇ, ਜਿਸ ਕਾਰਨ ਮੈਨੂੰ ਲੱਗਦਾ ਸੀ ਉਹ ਜਿਹੜਾ ਬੰਦਾ ਹੁਣ ਕਿਤੇ ਕਮੈਂਟ ਕਰਦਾ। ਆਪਾਂ ਟਹਿਣਾ ਸਾਹਿਬ ਤੁਹਾਡੇ ਨਾਲ ਵੀ ਹਜ਼ਾਰਾਂ ਬੰਦੇ ਫੋਟੋਆਂ ਖਿਚਾਉਂਦੇ ਮੈਂ ਵੇਖੇ ਨੇ ਜੀ, ਸਾਰਿਆਂ ਨਾਲ ਖਿਚਵਾਉਂਦੇ ਨੇ। ਹੁਣ ਆਪਾਂ ਨੇ ਤਾਂ ਆਪਣੇ ਕੋਲੋਂ ਫੋਟੋ ਖਿਚਾ ਕੇ ਬੰਦਾ ਹੋ ਸਕਦਾ ਕੱਲ ਜਾ ਕੇ ਕਤਲ ਕਰ ਦੇਵੇ, ਆਪਣੀ ਜ਼ਿੰਮੇਵਾਰੀ ਨਹੀਂ ਨਾ ਬਣਦੀ। ਹੁਣ ਮੇਰੇ ਨਾਲ ਕੋਈ ਬੰਦਾ ਇੱਥੇ ਆ ਕੇ ਕਦੇ ਕੋਈ ਫੋਟੋ ਇੱਕ ਖਿਚਵਾ, ਇੱਕ ਫੋਟੋ ਉਹਦੀ ਮੇਰੇ ਨਾਲ ਲੱਭ ਗਈ, ਗਲਤ ਕਮੈਂਟ ਉਹਨੇ ਕੀਤਾ, ਉਹਦੀ ਪ੍ਰੋਫਾਈਲ ਦੇ ਵਿੱਚ ਪਿੱਛੇ ਗਏ, ਉੱਥੇ ਇੱਕ ਫੋਟੋ ਮੇਰੇ ਨਾਲ ਲੱਭ ਗਈ ਤੇ ਉਹਨੂੰ ਇਹ ਕਹਿਤਾ ਵੀ ਢੱਡਰੀਆਂ ਵਾਲੇ ਦਾ ਬੰਦਾ ਆ। ਤੇ ਉਸ ਤੋਂ ਬਾਅਦ ਉਹਨੂੰ ਸਾਡੇ ਆਗੂਆਂ ਨੇ, ਮੈਂ ਹੁਣ ਉਹਨਾਂ ਦਾ ਨਾਮ ਹੀ ਬੋਲਿਆ ਸੀ ਵੀਡੀਓ ਦੇ ਵਿੱਚ, ਉਹਨਾਂ ਨੂੰ ਇਹ ਜ਼ੋਰ ਪਾਇਆ ਜਾ ਰਿਹਾ ਸੀ ਵੀ ਤੇਰੇ ਸਾਰੇ ਕੇਸ ਮਾਫ ਕਰਾਂਗੇ, ਤੂੰ ਇਹ ਕਹਿ ਕਿ ਇਹ ਸਾਰਾ ਕੁਝ ਢੱਡਰੀਆਂ ਵਾਲੇ ਨੂੰ ਸੁਣਨ ਤੋਂ ਬਾਅਦ ਹੋਇਆ, ਮੇਰੇ ਮਨ ਵਿੱਚ ਇਹ ਸਾਰਾ ਕੁਝ ਤਾਂ ਆਇਆ ਹੈ। ਪਰ ਉਹ ਬੰਦਾ, ਮੈਨੂੰ ਇਹ ਜਿੱਥੇ ਤੱਕ ਅਜੇ ਤੱਕ ਇਹ ਲੱਗਦਾ ਵੀ ਉਹਨੇ ਵੀਡੀਓ ਬਣਾਉਣ ਦੀ ਬਜਾਏ ਜੇਲ੍ਹ ਜਾਣਾ ਪਸੰਦ ਕੀਤਾ ਵੀ ਮੈਨੂੰ ਢੱਡਰੀਆਂ ਵਾਲੇ ਨੇ ਇਦਾਂ ਦਾ ਕੁਝ ਨਹੀਂ ਕਿਹਾ, ਇਹ ਮੈਂ ਕੁਝ ਹੋਰ ਲਿਖਣਾ ਚਾਹੁੰਦਾ ਸੀ, ਉੱਥੇ ਕੀ ਪਾਉਣਾ ਭੁੱਲ ਗਿਆ, ਸ਼ਬਦ ਇਦਾਂ ਦਾ ਉਹ ਜਿਹੜੀ ਚੱਲ ਰਹੀ ਸੀ, ਉਹਨੇ ਆਪਣੀ ਸਟੇਟਮੈਂਟ ਦਿੱਤੀ ਹੈ, ਪਰ ਉਹਨੇ ਇਦਾਂ ਦਾ ਕੁਝ ਅਜੇ ਤੱਕ ਨਹੀਂ ਬੋਲਿਆ। ਉਹਨੂੰ ਕਿਹਾ ਇਹ ਜਾ ਰਿਹਾ ਸੀ ਵੀ ਤੂੰ ਇਹ ਗੱਲ ਮੰਨ। ਉਸ ਤੋਂ ਬਾਅਦ ਫਿਰ ਰੌਲਾ ਇਹ ਪਾਇਆ ਜਾਏਗਾ ਵੱਡੇ ਵੱਡੇ ਚੈਨਲਾਂ ਉੱਤੇ ਵੀ ਢੱਡਰੀਆਂ ਵਾਲੇ ਦੇ ਬੰਦੇ ਗੁਰੂ ਸਾਹਿਬਾਂ ਨੂੰ ਗਲਤ ਬੋਲ ਰਹੇ ਹੈ ਤਾਂ ਜੋ ਲੋਕਾਂ ਦੇ ਅੰਦਰ ਰੋਸ ਪੈਦਾ ਕੀਤਾ ਜਾ ਸਕੇ। ਇੱਥੇ ਮੈਂ ਇੱਕ ਗੱਲ ਟਹਿਣਾ ਸਾਹਿਬ ਕਹਿਣਾ ਚਾਹੁੰਦਾ ਕਿ ਗੁਰੂ ਸਾਹਿਬ ਦੇ ਪ੍ਰਤੀ ਕਿਤੇ ਵੀ ਕੋਈ ਭੱਦੀ ਸ਼ਬਦਾਵਲੀ ਵਰਤੇਗਾ, ਸਾਡੇ ਬੰਦੇ ਡਾਂਗਾਂ ਸੋਟੇ ਚੁੱਕ ਕੇ ਉਹਨੂੰ ਆਪ ਸਜ਼ਾ ਦੇਣਾ, ਮਾਰਨ ਤੱਕ ਜਾਂਦੇ ਆ, ਗਲ ਵੱਢਣ ਤੱਕ ਦੀਆਂ ਧਮਕੀਆਂ ਮਿਲਦੀਆਂ। ਪਰ ਰਣਜੀਤ ਸਿੰਘ ਇੱਕ ਬੰਦਾ ਇਹੋ ਜਿਹਾ ਆ ਜਿਹਨੇ ਕਿਹਾ ਆ ਗੁਰੂ ਸਾਹਿਬ ਦੇ ਬਾਰੇ ਮੈਂ ਤਾਂ ਕੀ ਬੋਲਣਾ ਹੈ, ਜਿਹੜਾ ਸੱਚੀ ਮੈਨੂੰ ਸੁਣਨ ਵਾਲਾ ਬੰਦਾ ਉਹ ਗੁਰੂ ਸਾਹਿਬ ਬਾਰੇ ਕਿੱਦਾਂ ਗਲਤ ਬੋਲ ਸਕਦਾ ਹੈ। ਮੈਂ ਇਕੱਲੇ ਨੇ ਇਹ ਆਵਾਜ਼ ਉਠਾਈ ਹੈ ਕਿ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਦੇ ਵਿੱਚ ਜੋ ਲਿਖਿਆ ਆ ਉਹ ਗੁਰੂ ਸਾਹਿਬ ਤੇ ਬੜੀਆਂ ਭੱਦੀਆਂ ਟਿੱਪਣੀਆਂ ਨੇ। ਸਿਰਫ ਤੇ ਸਿਰਫ ਮੈਂ ਖੁੱਲ੍ਹ ਕੇ ਆਵਾਜ਼ ਇਹ ਉਠਾਈ ਹੈ ਵੀ ਉਹਨੂੰ ਦੇ ਉੱਤੇ ਤੁਸੀਂ ਰੁਮਾਲਾ ਪਾ ਕੇ ਰੱਖਿਆ ਆ, ਉਹਦੇ ਤੁਸੀਂ ਰੋਜ਼ ਮੱਥਾ ਟੇਕਦੇ ਹੋ, ਉਹਦੇ ਵਿੱਚ ਗੁਰੂ ਸਾਹਿਬ ਦੇ ਵਾਸਤੇ ਜੇ ਇਹ ਮੈਨੂੰ ਕਹਿਣ ਮੈਂ ਲਾਈਨ ਵਾਈਜ਼ 100 ਲਗਾਤਾਰ ਬੋਲ ਸਕਦਾ, ਜਿਹੜਾ ਇੰਨੇ ਪੰਨੇ ਤੇ ਆ ਲਿਖਿਆ, ਇੰਨੇ ਅਧਿਆਏ 'ਚ ਆ ਲਿਖਿਆ, ਇੰਨੇ ਅਧਿਆਏ 'ਚ ਆ ਲਿਖਿਆ, ਉਹਦੇ ਬਾਰੇ ਆਵਾਜ਼ ਉਠਾਉਣ ਲਈ ਤਾਂ ਮੈਂ ਇੱਥੇ ਤੱਕ ਚਲਿਆ ਗਿਆ ਕਿ ਸਾਰੇ ਪ੍ਰੋਗਰਾਮ ਬੰਦ ਹੋ ਗਏ ਹੈ, ਇਸ ਵੇਲੇ ਸਟੇਜਾਂ ਛੱਡ ਦਿੱਤੀਆਂ ਗਈਆਂ, ਮਾਰਨ ਤੱਕ ਦੀਆਂ ਧਮਕੀਆਂ ਆ ਰਹੀਆਂ, ਸਿਰਫ ਇਸ ਕਰਕੇ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਗੁਰੂ ਸਾਹਿਬ ਬਾਰੇ ਇੰਨਾ ਕੁਝ ਗਲਤ ਲਿਖਿਆ ਹੈ ਤੇ ਮੇਰੇ ਵਰਗਾ ਬੰਦਾ ਗੁਰੂ ਸਾਹਿਬ ਦੇ ਬਾਰੇ ਗਲਤ ਕਿੱਦਾਂ ਸੋਚ ਸਕਦਾ? ਉਹਦੇ ਲਈ ਤਾਂ ਮੈਂ ਸਟੈਂਡ ਲੈ ਕੇ ਖੜਾ।
ਮੈਂ ਤਾਂ ਐਡਾ ਵੱਡਾ ਸਟੈਂਡ ਲਿਆ ਕਿ ਜੇ ਉਹ ਵੀ ਗਲਤ ਉਹਨੂੰ ਵੀ ਤੁਸੀਂ ਰਮਾਲੇ, ਪਤਾ ਕਾਰਨ ਇਹਨਾਂ ਨੇ ਪਤਾ ਸਾਰਾ ਇਹਨਾਂ ਨੂੰ, ਪਰ ਇਹ ਉਹਦੇ ਤੇ ਸਵਾਲ ਤਾਂ ਨਹੀਂ ਕਰਨਾ ਚਾਹੁੰਦੇ ਕਿ ਉਹਦੀ ਕਥਾ ਇਹਨਾਂ ਦੇ ਬਾਬੇ ਕਰਦੇ ਰਹੇ ਹੈ। ਜੇ ਸੰਤੋਖ ਸਿੰਘ ਜੀ ਨੂੰ ਗਲਤ ਕਹਿਤਾ ਤਾਂ ਸਾਡੇ ਸਾਰੇ ਬਾਬਿਆਂ ਤੇ ਸਵਾਲ ਉੱਠਣਾ ਵੀ ਤੁਹਾਡੇ ਬਾਬਿਆਂ ਨੇ ਕਿਉਂ ਨਹੀਂ ਕੀਤਾ, ਰਣਜੀਤ ਸਿੰਘ ਨੇ ਕਿੱਦਾਂ ਕਰਵਾਤਾ, ਇਹ ਦੱਸ ਕਿਵੇਂ ਦਿੱਤਾ। ਯਾਨੀ ਕਿ ਇਹ ਕਹਿੰਦੇ ਪਰ ਮੇਰਾ ਸਵਾਲ ਦੇ ਪਾਓ ਇਹਨੂੰ। ਹਾਂਜੀ, ਪਰ ਮੇਰਾ ਸਵਾਲ ਇਹ ਸੀਗਾ ਕਿ ਤੁਹਾਨੂੰ ਇਹ ਥਾਣੇ ਦੇ ਵਿੱਚੋਂ ਕਿਸੇ ਪੁਲਿਸ ਅਧਿਕਾਰੀ ਦੇ ਰਾਹੀਂ ਜਾਂ ਕਿਸੇ ਹੋਰ ਵਿਅਕਤੀ ਦੇ ਰਾਹੀਂ ਪਤਾ ਲੱਗਾ ਕਿ ਉਸ ਬੰਦੇ ਦੇ ਉੱਤੇ ਦਬਾਅ ਪਾ ਕੇ ਜਿਹਨੇ ਕਿ ਇਹ ਟਿੱਪਣੀ ਕੀਤੀ ਹੈ, ਜਿਹਨੇ ਕਮੈਂਟ ਕੀਤਾ, ਤੁਹਾਡੇ ਪ੍ਰਤੀ ਇਹੋ ਜਿਹਾ ਛੜਯੰਤਰ ਰਚਿਆ ਜਾ ਰਿਹਾ, ਜਾਂ ਤੁਹਾਡੀ ਕਿਆ ਸਰ ਆਈ ਹੈ, ਤੁਹਾਡਾ ਅੰਦਾਜ਼ਾ? ਉਹਦੇ ਪਿੰਡ ਦੇ ਬੰਦਿਆਂ ਨਾਲ ਗੱਲਬਾਤ ਹੋਈ ਸੀ, ਸਾਡੇ ਬੰਦਿਆਂ ਦੀ, ਉਹਨਾਂ ਨੇ ਦੱਸਿਆ ਸੀ ਵੀ ਮਸਲਾ ਇਸ ਬੰਦੇ ਦਾ ਨਹੀਂ, ਇਹ ਮਸਲਾ ਢੱਡਰੀਆਂ ਵਾਲੇ ਦਾ ਆ। ਇਹ ਬੰਦਾ ਪਰਮੇਸ਼ਰ ਦੁਆਰ ਇੱਕ ਵਾਰ ਗਿਆ ਸੀ, ਉੱਥੇ ਇਹਨੇ ਫੋਟੋ ਖਿਚਾਈ ਆ, ਉਹਨਾਂ ਨੂੰ ਲੱਭ ਗਈ ਹੈ। ਉਹ ਹੁਣ ਇਹ ਪ੍ਰੈਸ਼ਰਾਈਜ਼ ਕਰ ਰਹੇ ਆ ਇਸ ਬੰਦੇ ਨੂੰ, ਇਹਦੇ ਤੇ ਦਬਾਅ ਪਾਇਆ ਜਾ ਰਿਹਾ ਹੈ ਕਿ ਤੂੰ ਇਹ ਕਹਿ ਵੀਡੀਓ ਢੱਡਰੀਆਂ ਵਾਲੇ ਨੇ ਬਣਵਾਈ। ਇਹ ਢੱਡਰੀਆਂ ਵਾਲੇ ਨੇ ਸੁਣ ਕੇ ਸਾਡਾ ਬ੍ਰੇਨ ਵਾਸ਼ ਹੋ ਗਿਆ। ਵੀਰ ਜੀ, ਤੁਸੀਂ ਗੱਲਬਾਤ ਦੀ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਕੁਝ ਇੱਕ ਆਗੂ ਉਹਨੂੰ ਪ੍ਰੈਸ਼ਰਾਈਜ਼ ਕਰ ਰਹੇ ਨੇ ਤੁਹਾਡਾ ਨਾਮ ਲੈਣ ਦੇ ਲਈ। ਕੌਣ ਨੇ ਉਹ ਆਗੂ? ਉਹਦੇ ਵਿੱਚ ਨਾਮ ਜਿਹੜਾ ਸੁਰਿੰਦਰ ਸਿੰਘ ਠੀਕਰੀਵਾਲ ਨੇ ਨਾਂ ਲਿਆ ਆ ਕਿ ਇਹ ਸਾਰਾ ਮਸਲਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਮ ਅਧੀਨ ਅਸੀਂ ਉਹਨਾਂ ਦੇ ਧਿਆਨ 'ਚ ਲਿਆਂਦਾ ਹੈ, ਬਾਬਾ ਹਰਨਾਮ ਸਿੰਘ ਜੀ ਧੁੰਮਾਂ ਦੇ ਧਿਆਨ 'ਚ ਲਿਆਂਦਾ ਹੈ, ਸਾਬਕਾ ਜਥੇਦਾਰ ਜਸਵੀਰ ਸਿੰਘ ਰੋਡੇ ਦੇ ਧਿਆਨ ਵਿੱਚ ਵੀ ਇਹ ਮਸਲਾ ਲਿਆਂਦਾ ਹੈ। ਉਹਨਾਂ ਦੇ ਕਿਸੇ ਟਕਸਾਲ ਦੇ ਬੰਦੇ ਨੇ ਜਿਨ੍ਹਾਂ ਨੇ ਉਹਦੇ ਤੇ ਪਰਚਾ ਕਰਵਾਇਆ, ਉਹਨੂੰ ਜੇਲ੍ਹ 'ਚ ਭੇਜਿਆ। ਉਹਨਾਂ ਨੇ ਦੱਸਿਆ ਵੀ ਇਹ ਤਿੰਨੇ ਜਿਹੜੇ ਨੇ ਲਗਾਤਾਰ ਸਾਡੇ ਨਾਲ ਰਾਬਤਾ ਬਣਾਇਆ ਹੋਇਆ ਇਹਨਾਂ ਨੇ, ਤੇ ਉਹਨਾਂ ਨੇ ਸਾਰਾ ਨਾਲ ਲੱਗ ਕੇ ਇਸ ਬੰਦੇ ਨੂੰ ਅੰਦਰ ਕਰਵਾਇਆ। ਤੇ ਇਹਦੇ ਵਿੱਚ ਕਲੀਅਰ ਗੱਲ ਹੈ ਕਿ ਜੇ ਉਹ ਬੰਦਿਆਂ ਨੇ ਪਰਚਾ ਕਰਵਾ ਕੇ ਅੰਦਰ ਕਰਵਾਇਆ ਹੈ ਤੇ ਉਹਦੇ ਪਰਚੇ ਮਾਫ ਵੀ ਉਹੀ ਕਰਵਾਉਣ ਵਾਸਤੇ ਪ੍ਰੈਸ਼ਰਾਈਜ਼ ਕਰਦੇ ਹੋਣਗੇ ਵੀ ਤੂੰ ਵੀਡੀਓ ਬਣਾ ਜੀ, ਤਾਂ ਜੋ ਕੱਲ ਨੂੰ। ਪਰ ਕਹਿਣ ਦਾ ਭਾਵ ਇਹ ਹੈ ਟੈਣਾ ਸਾਹਿਬ, ਅਸਲ ਵਿੱਚ ਗੱਲ ਇਹ ਹੈ, ਪ੍ਰਾਈਮ ਏਸ਼ੀਆ ਤੇ ਮੇਰੇ ਸਾਰੇ ਪ੍ਰੋਗਰਾਮ ਭਾਵੇਂ ਨਾ ਤੁਸੀਂ ਲਾਈਵ ਚਲਾ ਦਿਓ, ਪਿਛਲੇ ਸਾਲ ਦੇ 2 ਸਾਲਾਂ ਦੇ 3 ਸਾਲਾਂ ਦੇ ਸਾਰੇ 2-2 ਘੰਟੇ ਦੇ ਦੀਵਾਨ ਨੇ, ਉਹਦੇ ਵਿੱਚ ਇਹਨਾਂ ਨੂੰ ਕੱਖ ਨਹੀਂ ਲੱਭਦਾ। ਸਾਰੇ ਪਾਸਿਓਂ ਹੱਥ ਕੰਡੇ ਵਰਤ ਰਹੇ ਹੈ ਵੀ ਅਸੀਂ ਇਹ ਸਾਬਤ ਕਿਵੇਂ ਨਾ ਕਿਵੇਂ ਕਰ ਸਕੀਏ, ਆਮ ਲੋਕ ਰਾਏ ਬਣਾ ਸਕੀਏ ਕਿ ਢੱਡਰੀਆਂ ਵਾਲਾ ਗੁਰੂ ਦੋਖੀ ਹੈ, ਗੁਰੂ ਨਿੰਦਕ ਹੈ, ਪੰਥ ਦਾ ਗਦਾਰ ਹੈ। ਵੀਰ ਜੀ, ਅਸੀਂ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਵੇਲਾ ਇੱਥੇ ਵਕਫੇ ਦਾ ਹੋ ਗਿਆ, ਨਿੱਕਾ ਜਿਹਾ ਵਕਫਾ ਲੈਂਦੇ ਆ, ਬਾਕੀ ਦੀ ਵਿਚਾਰ ਚਰਚਾ ਉਸ ਤੋਂ ਬਾਅਦ ਚ ਜਾਰੀ ਰੱਖਾਂਗੇ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਪ੍ਰੋਗਰਾਮ ਚਾਹੀਦਾ ਦਾ ਵਿਚਾਰ ਚ ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ, ਤੇ ਸਾਡੇ ਦੋਵਾਂ ਦੇ ਨਾਲ ਤਕਨੀਕ ਦੇ ਰਾਹੀਂ ਜੁੜੇ ਹੋਏ ਨੇ ਭਾਈ ਰਣਜੀਤ ਸਿੰਘ ਜੀ। ਸੋ ਆਪਾਂ ਗੱਲਾਂ ਬਾਤਾਂ ਅੱਗੇ ਤੋਰਦੇ ਹਾਂ। ਬਿਲਕੁਲ ਜੀ, ਬਿਲਕੁਲ। ਵੀਰ ਜੀ, ਵਕਫੇ ਤੇ ਜਾਣ ਤੋਂ ਪਹਿਲਾਂ ਤੁਸੀਂ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਉਹ ਸ਼ਖਸ ਜਿਹਨੂੰ ਪੁਲਿਸ ਨੇ ਆਪਣੀ ਹਿਰਾਸਤ ਦੇ ਵਿੱਚ ਲਿਆ ਹੈ, ਉਹਦੇ ਪਿੰਡ ਵਾਲਿਆਂ ਨੇ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਨੂੰ ਇਹ ਦੱਸਿਆ ਵੀ ਤੁਹਾਡਾ ਨਾਮ ਬੁਲਵਾਇਆ ਜਾਊਗਾ, ਹੈ ਨਾ? ਇਹ ਵੀ ਤਾਂ ਹੋ ਸਕਦਾ ਵੀ ਉਹ ਪਿੰਡ ਵਾਲੇ ਝੂਠ ਬੋਲ ਰਹੇ ਹੋਣ। ਨਹੀਂ ਜੀ, ਗੱਲ ਇਦਾਂ ਹੈ ਭੈਣ ਜੀ, ਉਹਨਾਂ ਨੇ ਵੀਡੀਓ ਬਣਾ ਕੇ ਟਕਸਾਲ ਦੇ ਨਾਲ ਰਿਲੇਟਡ ਜਿਹੜਾ ਬੰਦਾ ਸੀ ਉਹਨੇ ਬੋਲ ਦਿੱਤਾ ਸੀ ਕਿ ਢੱਡਰੀਆਂ ਵਾਲੇ ਦਾ ਇਹ ਬੰਦਾ ਆ। ਉਹ ਬੰਦੇ ਨੇ ਕਹਿ ਦਿੱਤਾ ਹੈ ਕਿ ਢੱਡਰੀਆਂ ਵਾਲੇ ਨੂੰ ਮੈਂ ਸੁਣਦਾ ਆ, ਤਾਂ ਇਹ ਬੰਦੇ ਗੁਰੂ ਸਾਹਿਬ ਬਾਰੇ ਬਕਵਾਸ ਕਰਦੇ। ਵੀਡੀਓ ਟਕਸਾਲ ਦੇ ਬੰਦਿਆਂ ਨੇ ਬਣਾ ਕੇ ਪਾ ਦਿੱਤੀ ਸੀ ਜੀ, ਪਰ ਉਸ ਬੰਦੇ ਨੇ ਆਪ ਨਹੀਂ ਪਾਈ। ਦਬਾਅ ਇਹ ਪਾਇਆ ਜਾ ਰਿਹਾ ਸੀ ਵੀ ਉਹ ਆਪ ਪਾਵੇ। ਜੇ ਉਹਦੀ ਆਪਣੀ ਵੀਡੀਓ ਆ ਜਾਂਦੀ ਪ੍ਰੈਸ਼ਰ ਪਾ ਕੇ, ਦਬਾਅ ਪਾ ਕੇ, ਫਿਰ ਤਾਂ ਵੱਡੇ ਚੈਨਲਾਂ ਉੱਤੇ ਚਲਾਣੀ ਸੀ ਨਾ ਜੀ ਇਹਨਾਂ ਨੇ। ਹਾਂਜੀ, ਪਰ ਕਈ ਲੋਕ ਇਸ ਤਰੀਕੇ ਦੇ ਦੋਸ਼ ਲਾਉਂਦੇ ਆ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜਿਹੜੇ, ਉਹ ਵੇਲੇ ਤੋਂ ਪਹਿਲਾਂ ਭਵਿੱਖਬਾਣੀ ਕਰਦੇ, ਜਿਵੇਂ ਫੌਜੀ ਹੁੰਦੇ ਆ ਵੀ ਕਵਰਿੰਗ ਫਾਇਰ ਕਰਦੇ ਆ। ਇਹਨਾਂ ਦੇ ਵੱਲੋਂ ਗੱਲ ਨੂੰ ਕਵਰ ਕਰਨ ਦੀ ਕਿ ਕਿਤੇ ਐਉਂ ਨਾ ਹੋ ਜੇ ਆਪਾਂ ਇਦਾਂ ਕਰ ਲਈਏ, ਕਿਤੇ ਆ ਨਾ ਹੋ ਜੇ ਆਪਾਂ ਇਦਾਂ ਕਹਿ ਲਈਏ, ਇਦਾਂ ਦੀ ਜਿਹੜੀ ਆ ਉਹ ਵਰਤੋਂ ਕਰਦੇ ਆ, ਇਦਾਂ ਦੇ ਤਰੀਕੇ ਨੂੰ ਅਪਣਾਉਂਦੇ ਆ। ਕੀ ਕਹਿਣਾ ਚਾਹੋਗੇ? ਨਹੀਂ ਜੀ, ਇਦਾਂ ਕੁਝ ਨਹੀਂ ਹੋਇਆ। ਜੇ ਮੈਂ ਉਹ ਸਿੰਘ ਬਾਰੇ ਵੀਡੀਓ ਪਾਈ ਹੈ ਨਾ ਜੀ, ਉਹਦੇ ਬਾਰੇ ਬੋਲਿਆ ਜਾ ਚੁੱਕਿਆ ਸੀ, ਸੋਸ਼ਲ ਮੀਡੀਆ ਦੇ ਉੱਤੇ, ਨਿਊਜ਼ ਚੈਨਲ ਦੇ ਉੱਤੇ ਖਬਰ ਆ ਚੁੱਕੀ ਸੀ ਕਿ ਇੱਕ ਬੰਦਾ ਗ੍ਰਿਫਤਾਰ ਕੀਤਾ ਗਿਆ ਆ। ਉਹ ਬੰਦਾ ਗੁਰੂ ਗੋਬਿੰਦ ਸਿੰਘ ਬਾਰੇ ਗਲਤ ਟਿੱਪਣੀ ਕੀਤੀ ਆ, ਉਹ ਢੱਡਰੀਆਂ ਵਾਲੇ ਦਾ ਬੰਦਾ ਆ। ਉਦੋਂ ਫਿਰ ਮੈਨੂੰ ਇਹ ਵੀਡੀਓ ਮੈਂ ਬਣਾ ਕੇ ਪਾਈ ਸੀ ਵੀ ਉਹ ਬੰਦਾ ਮੇਰਾ ਕਿਵੇਂ ਹੋ ਗਿਆ। ਜੇ ਮੇਰੇ ਨਾਲ ਫੋਟੋ ਖਿਚਾ ਕੇ ਚਲਿਆ ਜਾਏਗਾ, ਕੋਈ ਬੰਦਾ ਬਾਹਰ ਕਤਲ ਵੀ ਕਰ ਦਿੰਦਾ, ਤਾਂ ਮੈਂ ਉਹਦੇ ਵਿੱਚ ਦੋਸ਼ੀ ਕਿੱਥੇ ਹੋ ਜਾਣਾ? ਕੋਈ ਮੇਰੀ ਸਟੇਟਮੈਂਟ ਗੁਰੂ ਸਾਹਿਬ ਬਾਰੇ ਅਪਸ਼ਬਦ ਬੋਲਿਆ, ਕੋਈ ਮੇਰਾ ਤਾਂ ਵਿਖਾਓ ਜਿਹਦੇ ਵਿੱਚ ਮੈਂ ਗਲਤ ਬੋਲਿਆ ਹੋਵੇ। ਹਾਂਜੀ
ਹਾਂਜੀ ਪਿਛਲੇ ਕਈ ਦਿਨਾਂ ਤੋਂ ਭਾਈ ਸਾਹਿਬ ਇੱਕ ਹੋਰ ਜਿਹੜੀ ਗੱਲ ਚੱਲ ਰਹੀ ਹੈ, ਕਿਉਂਕਿ ਆਪਾਂ ਜਾਣਦੇ ਹਾਂ ਕਿ 6 ਜੂਨ ਨੂੰ ਅਤੀਤ ਦੇ ਵਿੱਚ ਸਾਡੇ ਉੱਤੇ ਕੀ ਵਾਪਰਿਆ ਜੀ ਤੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ। ਅਸੀਂ ਉਸ ਦਿਨ ਨੂੰ ਚੇਤੇ ਕਰਦਿਆਂ ਭਾਵੁਕ ਹੋ ਜਾਂਦੇ ਹਾਂ, ਬਿਲਕੁਲ ਸਹੀ। ਕਿਉਂਕਿ ਅਸੀਂ ਸਾਰੇ ਦਿਲੀ ਤੌਰ ਦੇ ਉੱਤੇ ਜੁੜੇ ਹੋਏ ਹਾਂ। ਸਾਡੇ ਲਈ ਬਹੁਤ ਉਸ ਸ਼ਬਦਾਂ ਦੇ ਰਾਹੀਂ ਉਹਦਾ ਵਰਣਨ ਨਹੀਂ ਕਰ ਸਕਦੇ ਵੀ ਜਿਵੇਂ ਅਸੀਂ ਭਾਵੁਕ ਹੁੰਦੇ ਹਾਂ ਉਸ ਗੱਲ ਦੇ ਉੱਤੇ। ਤੁਸੀਂ ਉਹਦੇ ਉੱਤੇ ਵੀ ਟਿੱਪਣੀ ਕੀਤੀ, ਇਸ ਗੱਲ ਦੇ ਉੱਤੇ ਬੜੀ ਚਰਚਾ ਛਿੜੀ, ਤੁਹਾਡੀ ਬੜੀ ਆਲੋਚਨਾ ਹੋ ਰਹੀ ਹੈ ਇਸ ਵਕਤ। ਮੈਂ ਸੋਸ਼ਲ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਦੇ ਉੱਤੇ ਦੇਖਿਆ ਵੀ ਤੁਸੀਂ ਇਹ ਗੱਲ ਕਹੀ ਕਿ ਜੇਕਰ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅੰਦਰ ਹੋਣ ਦੀ ਥਾਂ ਦੇ ਉੱਤੇ ਬਾਹਰ ਖੜ ਕੇ ਲੜਾਈ ਲੜਦੇ ਤਾਂ ਉਹ ਜ਼ਿਆਦਾ ਚੰਗੀ ਗੱਲ ਸੀ, ਪਰ ਉਹਨਾਂ ਨੂੰ ਇਦਾਂ ਨਹੀਂ ਸੀ ਚਾਹੀਦਾ। ਇਹਦੇ ਵਿੱਚ ਕੀ ਸੱਚਾਈ ਹੈ? ਨਹੀਂ, ਇਹ ਗੱਲ ਕਹੀ ਗਈ ਹੈ ਨਾ ਉਹਨਾਂ ਵੱਲੋਂ, ਇਹ ਗੱਲ ਹੈਗੀ ਕਿੱਥੇ ਹੈ? ਮੈਂ ਤਾਂ ਇਹ ਪੁੱਛ ਰਿਹਾ। ਜਿਹੜੀ ਗੱਲ ਨੂੰ ਇਸ਼ੂ ਬਣਾ ਕੇ ਘੰਟੇ ਘੰਟੇ ਦੇ ਪ੍ਰੋਗਰਾਮ ਚੈਨਲਾਂ ਤੇ ਕੀਤੇ ਗਏ, ਉਹ ਟਕਸਾਲ ਨਾਲ ਰਿਲੇਟਡ ਚੈਨਲ ਨੇ। ਮੇਰੀ ਤਾਂ ਕਦੇ ਉਹ ਇੰਟਰਵਿਊ ਵੀ ਨਹੀਂ ਦਿਖਾਉਂਦੇ ਹੈਗੇ। ਉਹਨਾਂ ਨੇ ਇਹ ਗੱਲ ਬਣਾ ਦਿੱਤੀ ਹੈ ਵੀ ਢੱਡਰੀਆਂ ਵਾਲੇ ਨੇ ਸ਼ਹੀਦਾਂ ਦੇ ਪ੍ਰਤੀ ਇਦਾਂ ਦੀਆਂ ਗੱਲਾਂ ਕਹੀਆਂ ਵੀ ਉਹਨਾਂ ਨੂੰ ਅਕਲ ਨਹੀਂ ਸੀ, ਉਹਨਾਂ ਨੂੰ ਸਮਝ ਨਹੀਂ ਸੀ। ਪਤਾ ਨਹੀਂ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ 6 ਜੂਨ ਦਾ ਦੀਵਾਨ ਇੰਟਰਨੈਟ ਤੇ ਪਿਆ ਆ, ਜਿਹੜਾ ਮੈਂ ਸੁਣਾਇਆ ਆ, ਉਹਨੂੰ ਸਾਰੇ ਨੂੰ ਸੁਣ ਲਓ, ਉਹਦੇ ਵਿੱਚ ਆਪੇ ਪਤਾ ਲੱਗ ਜਾਣਾ ਵੀ ਗੱਲ ਕੀ ਹੋਈ ਹੈ। ਮਤਲਬ ਤੁਸੀਂ ਆਪਣੇ ਵੱਲੋਂ 100% ਸਪਸ਼ਟ ਹੋ ਕਿ ਤੁਸੀਂ ਇਹੋ ਜਿਹੀਆਂ ਗੱਲਾਂ ਨਹੀਂ ਕਹੀਆਂ? ਮੈਂ ਭੈਣ ਜੀ ਜੇ ਇਦਾਂ ਦਾ ਕੁਝ ਕਿਹਾ ਹੁੰਦਾ ਨਾ ਜੀ, ਅੱਜ ਨੂੰ ਤਾਂ ਮੱਖਣ ਚੋਂ ਵਾਲ ਵਾਂਗੂ ਕੱਢ ਕੇ ਮੈਨੂੰ ਬਾਹਰ ਮਾਰ ਦੇ। ਅੱਜ ਤੱਕ ਇਦਾਂ ਦੀ ਗੱਲ ਜੇ ਮੇਰੇ ਮੂੰਹ ਚੋਂ ਨਿਕਲੀ ਹੁੰਦੀ, ਇਦੋਂ ਵਧੀਆ ਮੌਕਾ ਹੀ ਨਹੀਂ ਸੀ ਇਹਨਾਂ ਕੋਲ। ਇਹਨਾਂ ਨੂੰ ਪਤਾ ਆ ਵੀ ਹੈ ਕੁਛ ਨਹੀਂ, ਬਣਾਓ ਜੋ ਮਰਜ਼ੀ ਆ। ਹੁਣ ਦੇਖੋ, ਪੂਰੀ ਗੱਲ ਕਿਸੇ ਨੇ ਸੁਣੀ ਨਹੀਂ। 2 ਘੰਟੇ ਦਾ ਦੀਵਾਨ ਸੁਣਨ ਵਾਸਤੇ ਕਿਹਦੇ ਕੋਲ ਟਾਈਮ ਹੈ? ਇੱਕ ਟਿੱਪਣੀ ਆਈ ਹੈ ਵੀ ਹਾਂਜੀ ਢੱਡਰੀਆਂ ਵਾਲੇ ਨੇ ਸੰਤ ਜਰਨੈਲ ਸਿੰਘ ਦਾ ਨਾਂ ਲੈ ਕੇ ਆ ਸ਼ਬਦ ਬੋਲਿਆ। ਅਗਲੇ ਨੇ ਲੱਭਣ ਥੋੜਾ ਜਾਣਾ ਵੀ ਬੋਲਿਆ ਕਿ ਨਹੀਂ ਬੋਲਿਆ। ਉਹਦੇ ਤੇ 1 ਘੰਟਾ ਡਿਸਕਸ਼ਨ ਕਰ ਲਈ, ਬੰਦੇ ਇਕੱਠੇ ਹੋ ਕੇ ਇਕੱਠੇ ਬਹਿ ਕੇ ਉਹਦੇ ਤੇ ਬੋਲੀ ਜਾ ਰਹੇ ਹੈ। ਇਹ ਜੀ ਐ ਬੋਲਦਾ ਹੈ, ਇਹਨੂੰ ਅਕਲ ਨਹੀਂ, ਇਹਨੂੰ ਸੋਧਾ ਲੱਗਣਾ ਚਾਹੀਦਾ, ਇਹੋ ਜਿਹੇ ਗਦਾਰ ਨੇ। ਮਤਲਬ ਉਹਦਾ ਕੋਈ ਅਗਲਾ ਕਵੇ ਯਾਰ ਸਬੂਤ ਤਾਂ ਦਿਖਾ ਦਿਓ, ਕਿੱਥੇ ਗੱਲ ਕੀਤੀ ਹੈ, ਪਤਾ ਤਾਂ ਲੱਗ ਜੇ ਸਾਨੂੰ। ਹਾਂਜੀ, ਪਰ ਤੁਹਾਨੂੰ ਕਦੇ-ਕਦੇ ਇਉਂ ਨਹੀਂ ਲੱਗਦਾ ਕਿ ਸਾਰੇ ਪਾਸੇ ਮੋਰਚਾ ਖੁੱਲਿਆ ਹੋਇਆ? ਇੱਕ ਪਾਸੇ ਕੁਝ ਕੁ ਧਾਰਮਿਕ ਜਥੇਬੰਦੀਆਂ, ਦੂਜੇ ਪਾਸੇ ਰਾਜਨੀਤਿਕ ਤੌਰ ਦੇ ਉੱਤੇ ਵੀ, ਤੀਜੇ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਵੀ, ਇਹ ਸਾਰੇ ਪਾਸੇ ਮੋਰਚਾ ਖੁੱਲਿਆ ਹੋਇਆ ਜਿਹਦੇ ਵਿੱਚ ਤੁਸੀਂ ਘਿਰੇ ਹੋਏ ਹੋ। ਨਹੀਂ ਟੈਣਾ ਸਾਹਿਬ, ਗੱਲ ਇਹ ਹੈ, ਸਿੱਧੀ ਗੱਲ ਹੈ ਕਿ ਆਪਾਂ ਪੁਜਾਰੀ ਸਿਸਟਮ, ਮੈਂ ਜਿਹੜੀ ਗੱਲ ਲਗਾਤਾਰ ਦੀਵਾਨਾਂ 'ਚ ਕਰਦਾ, ਮੋਟੀਵੇਟ ਕਰਨ ਦੀ ਕਰਦਾ, ਨੌਜਵਾਨਾਂ ਵਿੱਚ ਸਪਿਰਿਟ ਭਰਨ ਦੀ ਕਰਦਾ, ਬਾਹਰਲੇ ਬੱਚਿਆਂ ਨੂੰ ਵੇਖਦਾ, ਉਹਨਾਂ ਵਿੱਚ ਚਮਕ ਹੈ, ਅੱਖ 'ਚ ਅੱਖ ਪਾਉਣ ਦੀ ਹਿੰਮਤ ਹੈ, ਗੱਲ ਕਰਨ ਦੀ ਹਿੰਮਤ ਹੈ, ਜੁਰਤ ਹੈ ਉਹਨਾਂ ਵਿੱਚ। ਉਹ ਚੀਜ਼ਾਂ ਨੂੰ ਮੈਂ ਪ੍ਰੈਕਟੀਕਲ ਵੇਖਿਆ, ਗੁਰਬਾਣੀ ਨੂੰ ਸਮਝ ਕੇ ਵੇਖਿਆ ਵੀ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਆਪ ਨੂੰ ਪਛਾਣੋ, ਕੌਨਫੀਡੈਂਸ ਪੈਦਾ ਕਰੋ, ਰੱਬ ਦੀ ਅੰਸ਼ੋਂ, ਰੱਬ ਕੋਈ ਬਾਹਰ ਨਹੀਂ ਬੈਠਾ, ਸੀ ਸਾਰੇ ਪਰਮਾਤਮਾ ਦਾ ਰੂਪ ਆ। ਉਹ ਚੀਜ਼ਾਂ ਜਿਹੜੀਆਂ ਮੈਂ ਲੋਕਾਂ ਵਿੱਚ ਕਹੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ। ਵੱਡਾ ਤਬਕਾ ਬਹੁਤ ਸਾਰਾ ਨੌਜਵਾਨਾਂ ਦਾ ਜਿਹੜੇ ਮੋਟੀਵੇਟ ਵੀ ਹੋਏ ਹੈ, ਜਿਨ੍ਹਾਂ ਨੂੰ ਨਵਾਂ ਐਂਗਲ ਮਿਲਿਆ, ਇੰਟਰਪ੍ਰੀਟੇਸ਼ਨ ਵੱਖਰੀ ਥੋੜ੍ਹੀ ਜਿਹੀ ਮਿਲੀ, ਉਹਦੇ ਕਰਕੇ ਸਾਰੇ ਇਕੱਠੇ ਹੈ। ਉਹਨਾਂ ਤੋਂ ਜਿਹੜਾ ਵਾਹ ਲੱਗਦੀ ਹੈ, ਚਾਹੇ ਛਬੀਲ ਲਾਉਣ ਵਾਲੀ ਹੋਵੇ, ਬਦਨਾਮ ਕਰਨ ਵਾਲੀ ਹੋਵੇ, ਧਮਕੀਆਂ ਦੇਣ ਵਾਲੀ ਹੋਵੇ, ਅੱਗੇ ਅਗਾਂਹ ਤੋਂ ਮਾਰਨ ਦੀਆਂ ਪਲੈਨਿੰਗ ਕਰਨ ਦੀ ਹੋਵੇ, ਉਹ ਸਾਰਾ ਕੁਝ ਇਕੱਠਾ ਹੀ ਹੈ ਜੀ। ਚਾਹੇ ਸੋਸ਼ਲ ਮੀਡੀਆ ਹੋਵੇ, ਉਹਨਾਂ ਦਾ ਸਾਰਾ ਜ਼ੋਰ ਲੱਗਿਆ ਪਿਆ ਹੈ ਵੀ ਇਹ ਗੱਲ ਜਿਹੜੀ ਹੈ ਦਬਣੀ ਚਾਹੀਦੀ ਹੈ। ਇਹ ਜਿਹੜੀਆਂ ਗੱਲਾਂ ਕਰ ਰਿਹਾ ਹੈ, ਇਹਦਾ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਤੇ ਅਸਰ ਹੋਣਾ ਹੈ। ਰੱਬ ਤੇ ਵਿਸ਼ਵਾਸ ਤਾਂ ਬੱਝਿਆ ਰਹਿਣਾ, ਕਿਉਂਕਿ ਅਸੀਂ ਰੱਬ ਦੀ ਅੰਸ਼ ਹਾਂ। ਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਵੀ ਬਹੁਤ ਵੱਡੀ ਰਿਸਪੈਕਟ ਪੈਦਾ ਹੋਣੀ ਹੈ ਵੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਇਸ ਐਂਗਲ ਤੋਂ ਸੋਚਣਾ ਸਿਖਾਇਆ ਹੈ। ਪਰ ਜਿਹੜਾ ਪੁਜਾਰੀ ਸਿਸਟਮ ਵਿਚਾਲੇ ਵਿਚੋਲਾ, ਰੱਬ ਦੇ ਉੱਤੇ ਤੇ ਮੇਰੇ ਵਿਚਾਲੇ ਵਿਚੋਲਾ ਸੀ, ਨੌਜਵਾਨ ਦੇ ਵਿਚਾਲੇ ਇੱਕ ਵਿਚੋਲਾ ਸੀ ਜਿਹੜਾ ਪੁਜਾਰੀ ਸੀ, ਜਿਹੜਾ ਕਹਿੰਦਾ ਸੀ ਇੰਨੇ ਪੈਸੇ ਦਿਓਗੇ, ਮੈਂ ਰੱਬ ਨਾਲ ਗੱਲ ਕਰਦਾ, ਮੈਂ ਅਰਦਾਸ ਕਰਦਾ, ਮੈਂ ਪੂਜਾ ਕਰਦਾ। ਉਹ ਸਾਰੇ ਦੇ ਸਾਰੇ ਢਾਂਚੇ ਨੂੰ ਪ੍ਰੋਬਲਮ ਹੋਈ ਹੈ। ਉਹ ਆਪਣੇ ਹੱਥ ਕੰਡੇ ਸਾਰੇ ਹੀ ਵਰਤ ਰਹੇ ਹੈ, ਉਹਦੇ ਵਿੱਚ ਹੀ ਹੈ ਜੀ ਇਹ ਸਾਰਾ ਕੁਝ। ਪਰ ਭਾਈ ਸਾਹਿਬ, ਇੱਕ ਮੇਰਾ ਸਵਾਲ ਹੋਰ ਹੈ ਵੀ ਜਦੋਂ ਅਸੀਂ ਪਿਛਲੀ ਵਾਰ ਕੁਝ ਕੁ ਸਮਾਂ ਪਹਿਲਾਂ ਤੁਹਾਡੀ ਮੁਲਾਕਾਤ ਕੀਤੀ ਸੀ, ਤੁਸੀਂ ਕਿਹਾ ਸੀ ਕਿ ਆਉਂਦੇ ਸਮੇਂ ਦੇ ਵਿੱਚ ਮੈਨੂੰ ਦੀਵਾਨ ਬੰਦ ਕਰਨੇ ਪੈ ਸਕਦੇ ਆ, ਮੈਨੂੰ ਆਰਥਿਕ ਤੌਰ ਦੇ ਉੱਤੇ ਤੋੜਨ ਦੀ, ਆਰਥਿਕ ਤੌਰ ਦੇ ਉੱਤੇ ਮਾਰਨ ਦੀ ਕੋਈ ਸਾਜ਼ਿਸ਼ ਰਚੀ ਜਾ ਰਹੀ ਹੈ। ਹੁਣ ਜਦੋਂ ਤੁਸੀਂ ਦੀਵਾਨ ਲਾਉਣੇ ਬੰਦ ਕਰ ਦਿੱਤੇ ਆ ਤਾਂ ਆਰਥਿਕ ਤੌਰ ਦੇ ਉੱਤੇ ਟੁੱਟ ਚੁੱਕੇ ਹੋ ਜਾਂ ਨਹੀਂ? ਨਹੀਂ, ਉਹਦੇ ਵਿੱਚ ਇਹ ਹੈ ਜੀ ਕਿ ਇੱਕ ਮੇਰਾ ਪਰਿਵਾਰ ਬਣ ਚੁੱਕਿਆ ਹੈ, ਕਹਿ ਲਓ ਤੁਸੀਂ ਵੀ ਅਸੀਂ 20-50 ਬੰਦੇ ਜਿਹੜੇ ਸ਼ੁਰੂ ਤੋਂ ਲੈ ਕੇ ਮੈਨੂੰ ਜਾਣਦੇ ਆ, ਮੈਨੂੰ ਸਮਝਦੇ ਆ।
ਉਹਨਾਂ ਨੇ ਮੇਰੀ ਥੋੜੀ ਬਹੁਤ ਹੈਲਪ ਕੀਤੀ ਹੈ, ਪਰ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਜੀ ਕਿ ਜੋ ਇਹ ਫੈਸਲਾ ਆ ਉਹਦੀ ਮੇਰੀ ਜ਼ਿੰਮੇਵਾਰੀ ਹੈ, ਉਹਦਾ ਖਮਿਆਜਾ ਤਾਂ ਮੈਨੂੰ ਭੁਗਤਣਾ ਪਿਆ, ਮੈਂ ਭੁਗਤ ਰਿਹਾ, ਅੱਗੇ ਤੋਂ ਵੀ ਭੁਗਤੂੰਗਾ। ਹਾਂਜੀ ਟਾਣਾ ਸਾਹਿਬ, ਮੈਂ ਚਾਹੁੰਦੀ ਹਾਂ ਵੀ ਹੁਣ ਆਪਾਂ ਥੋੜਾ ਜਿਹਾ ਜੋ ਮੌਜੂਦਾ ਸਮਾਂ ਚੱਲ ਰਿਹਾ ਉਹਦੇ ਉੱਪਰ ਵੀ ਵਿਚਾਰ ਚਰਚਾ ਜਿਹੜੀ ਹੈ ਉਹ ਜ਼ਰੂਰ ਕਰੀਏ, ਬਿਲਕੁਲ। ਕਿਉਂਕਿ ਜਦੋਂ ਕਰੋਨਾ ਦੀ ਗੱਲ ਆਉਂਦੀ ਹੈ ਤਾਂ ਭਾਈ ਸਾਹਿਬ ਤੁਹਾਡੇ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਜਿਹੜਾ ਤੁਹਾਡੇ ਕਹਿ ਲਓ ਵੀ ਪਰਮੇਸ਼ਰ ਦੁਆਰ ਦੇ ਜੀ ਵਿੱਚ ਪਰਮੇਸ਼ਰ ਦੁਆਰ ਦੇ ਵਿੱਚ ਜਿਹੜਾ ਹਸਪਤਾਲ ਹੈ ਉਹਨੂੰ ਜੇਕਰ ਪ੍ਰਸ਼ਾਸਨ ਚਾਹੇ ਤਾਂ ਉਹ ਵਰਤ ਸਕਦਾ ਹੈ। ਕੀ ਤੁਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ? ਨਹੀਂ ਜੀ, ਉਹਨਾਂ ਨੇ ਸਾਡੇ ਤੋਂ ਪੂਰੀ ਤਿਆਰੀ ਕਰਵਾਈ, ਸਾਡੇ ਤੋਂ ਮੇਰੇ ਖਿਆਲ 100 ਅਸੀਂ ਬੈੱਡ ਲਾ ਕੇ ਰੱਖੇ, ਅਜੇ ਤੱਕ ਵੀ ਸਾਡੇ ਉਸੇ ਤਰ੍ਹਾਂ ਕਮਰੇ ਬੰਦ ਕਰਕੇ ਸਾਫ਼ ਕਰਕੇ ਹਰ ਪੂਰਾ ਪ੍ਰਬੰਧ ਕਰਕੇ ਰੱਖਿਆ ਹੋਇਆ ਹੈ। ਮੇਰੀ ਤਾਂ ਇਹ ਆਫਰ ਅੱਗੇ ਤੋਂ ਵੀ ਸੀ ਤੇ ਸਦਾ ਹੀ ਰਹੂਗੀ ਕਿ ਘੱਟ ਤੋਂ ਘੱਟ 2 ਕਰੋੜ ਰੁਪਇਆ ਲਾ ਕੇ 5 ਸਾਲ ਪਹਿਲਾਂ ਬਿਲਡਿੰਗ ਰੈਡੀ ਹੋ ਚੁੱਕੀ ਹੈ। 2 ਏਕੜ ਜਗ੍ਹਾ ਆ, ਜੇ ਕੋਈ ਅੱਜ ਵੀ ਸੰਸਥਾ ਸਮਾਜ ਸੇਵੀ ਫ੍ਰੀ ਉਹਨੂੰ ਚਲਾਉਣਾ ਚਾਹਵੇ, ਅਸੀਂ ਸਾਰੀ ਬਿਲਡਿੰਗ ਡੋਨੇਟ ਕਰਨ ਨੂੰ ਤਿਆਰ ਆ। ਅਸੀਂ ਜੋ ਗੁਰੂ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਦੇ ਜਗ੍ਹਾ ਨਾ ਆ ਉਹਦਾ ਓਨਰ ਉਹਨਾਂ ਨੂੰ ਬਣਾ ਦਿਆਂਗੇ ਵੀ ਤੁਸੀਂ ਜਿਹੜਾ ਪ੍ਰਬੰਧਕ ਜਿਹੜੇ ਹੋ ਤੁਸੀਂ ਇਹਨੂੰ ਜਿਸ ਤਰ੍ਹਾਂ ਚਾਹੋ, ਚਾਹੇ ਸਰਕਾਰ ਵਰਤ ਲਵੇ, ਚਾਹੇ ਕੋਈ ਹੋਰ ਜਿਹਦੇ ਕੰਮ ਆਉਂਦੀ ਉਹ ਜਗ੍ਹਾ ਵਰਤ ਲਈ ਜਾਵੇ। ਹਾਂਜੀ, ਪਰ ਉਹਨਾਂ ਨੇ ਨਹੀਂ ਵਰਤੀ। ਹਾਂਜੀ, ਉਹਨਾਂ ਨੇ ਤਿਆਰੀ ਹੁਣ ਤੱਕ ਵੀ ਤਿਆਰੀ ਕਰਵਾਈ ਹੋਈ ਹੈ ਵੀ ਜੇ ਕੇਸ ਵਧਣਗੇ ਤੇ ਅਸੀਂ ਤੁਹਾਨੂੰ ਕਵਾਂਗੇ ਨਾਲ ਦੀ ਨਾਲ ਤੁਸੀਂ ਰੈਡੀ ਰੱਖਿਓ ਜੀ। ਜੀ, ਤੇ ਤੁਸੀਂ ਨਿੱਜੀ ਪੱਧਰ ਦੇ ਉੱਪਰ ਕੁਝ ਲੋਕਾਂ ਦੀ ਮਦਦ ਕੀਤੀ ਇਸ ਦੌਰ ਦੇ ਵਿੱਚ ਜਾਂ ਨਹੀਂ? ਜਿੱਥੇ ਤੱਕ ਹੋ ਸਕਦਾ ਸੀ ਜੀ, ਲੰਗਰਾਂ ਦਾ ਪ੍ਰਬੰਧ, ਜਿਵੇਂ ਜਿੱਥੇ ਮਾਰਕਸ ਵਗੈਰਾ ਜੋ ਵੀ ਸਾਡੇ ਦਲ ਬਣੇ ਆ ਸਾਰਿਆਂ ਨਾਲ ਗੱਲਬਾਤ ਕੀਤੀ, ਸਭ ਨੂੰ ਕਿਹਾ ਜਿੰਨਾ ਯੋਗਦਾਨ ਪਾ ਸਕਦੇ ਸੀ ਸਾਰਿਆਂ ਨੇ ਪਾਇਆ, ਔਰ ਸਾਡੇ ਵੱਲੋਂ ਲਗਾਤਾਰ ਜਿੱਥੇ ਹੁਕਮ ਹੁੰਦਾ ਹੈ ਵੀ ਇੱਥੇ ਲੰਗਰ ਦੀ ਲੋੜ ਆ ਹੈਗਾ, ਉਹਨਾਂ ਅਸੀਂ ਸਾਰੇ ਦਾ ਸਾਰਾ ਕਰ ਰਹੇ ਹਾਂ। ਭਾਈ ਸਾਹਿਬ, ਸਾਨੂੰ ਕਈ ਲੋਕ ਆ ਜਿਹੜੇ ਉਹ ਸਵਾਲ ਕਰਦੇ ਆ, ਹਾਲਾਂਕਿ ਅਸੀਂ ਕਿਸੇ ਇੱਕ ਧਿਰ ਦੇ ਨਹੀਂ, ਅਸੀਂ ਪੱਤਰਕਾਰ ਹਾਂ, ਸਾਡਾ ਕੰਮ ਸਿਰਫ ਸਵਾਲ ਪੁੱਛਣਾ ਜੀ, ਤੇ ਵਾਜਬ ਬੰਦੇ ਨੂੰ ਵਾਜਬ ਸਵਾਲ ਹੋਣੇ ਚਾਹੀਦੇ ਆ। ਹਰ ਕਿਸੇ ਨੂੰ ਉਹ ਸਵਾਲ ਨਹੀਂ ਕੀਤੇ ਜਾ ਸਕਦੇ, ਕਿਉਂਕਿ ਕੋਈ ਵੀ ਕੁਝ ਵੀ ਕਹਿ ਦੇਵੇ, ਕਿਉਂਕਿ ਵੱਖ-ਵੱਖ ਪ੍ਰੋਗਰਾਮਾਂ ਦੀ, ਚੈਨਲਾਂ ਦੀ ਇੱਕ ਰੂਪਰੇਖਾ ਹੁੰਦੀ ਹੈ, ਇੱਕ ਮਰਿਆਦਾ ਹੁੰਦੀ ਆ। ਕੀ ਕਹਿਣਾ ਚਾਹੋਗੇ ਕਿ ਜਦੋਂ ਹੁਣ ਤੁਸੀਂ ਹਮੇਸ਼ਾ ਇਹ ਗੱਲ ਕਹਿੰਦੇ ਹੋ ਕਿ ਸਾਡੇ ਇੱਕ ਸਾਥੀ ਦਾ ਕਤਲ ਕਰ ਦਿੱਤਾ ਗਿਆ, ਤੁਸੀਂ ਇਹ ਗੱਲ ਕਹਿੰਦੇ ਹੋ ਜੀ ਕਿ ਜਿਹੜੀਆਂ ਵੱਖ-ਵੱਖ ਰਾਜਨੀਤਿਕ ਧਿਰਾਂ ਉਹ ਮੋਰਚਾਬੰਦੀ ਕਰ ਰਹੀਆਂ, ਪਰ ਕੁਝ ਕੁ ਲੋਕ ਇਹ ਵੀ ਗੱਲ ਕਹਿੰਦੇ ਆ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸੱਤਾਧਾਰੀ ਧਿਰ ਬਚਾ ਵੀ ਰਹੀ ਆ, ਇਹਦੇ ਉੱਤੇ ਕੀ ਟਿੱਪਣੀ ਹੈ? ਨਹੀਂ, ਸੱਤਾਧਾਰੀ ਧਿਰ ਪਿੱਛੇ ਜੇ ਬਾਬਾ ਜਵਾਹਰ ਦਾਸ ਦੀ ਜਗ੍ਹਾ ਦੇ ਉੱਤੇ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਬਜ਼ਾ ਕਰ ਲਿਆ ਸੀ। ਪਿੰਡ ਵਾਲਿਆਂ ਨੇ ਜਗ੍ਹਾ ਦਿੱਤੀ ਸੀ ਟਕਸਾਲ ਨੂੰ, ਉਸ ਤੋਂ ਬਾਅਦ ਪਿੰਡ ਵਾਲੇ ਨਾਰਾਜ਼ ਹੋ ਗਏ ਵੀ ਇਹਨਾਂ ਨੇ ਤਾਂ ਕਬਜ਼ਾ ਹੀ ਕਰ ਲਿਆ ਇੱਥੇ ਆ ਕੇ। ਉਸ ਤੋਂ ਬਾਅਦ ਉਹ ਪਿੰਡ ਵਾਲੇ ਇਕੱਠੇ ਹੋ ਕੇ ਛਡਾਉਣ ਵਾਸਤੇ ਗਏ ਸੀ ਟਾਣਾ ਸਾਹਿਬ, ਤੇ ਬਾਬਾ ਹਰਨਾਮ ਸਿੰਘ ਹੋਣਾ ਦੇ ਬੰਦਿਆਂ ਨੇ ਪ੍ਰਸ਼ਾਸਨ ਦਾ ਸਹਾਰਾ ਲਿਆ ਸੀ ਤੇ ਸਰਕਾਰ ਨੇ ਉਹਨਾਂ ਨੂੰ ਵੀ ਗੇਟ ਅੱਗੇ ਖੜ ਕੇ ਬਚਾਇਆ ਸੀ। ਜਦੋਂ ਕਿਸੇ ਨੂੰ ਕੋਈ ਮਾਰਨ ਆਊਗਾ ਉਹਦੇ ਕੋਲ ਰਾਹ ਹੀ ਹੋਰ ਕੋਈ ਨਹੀਂ ਹੁੰਦਾ। ਬਾਕੀ ਕੋਈ ਇਸ ਗੱਲ ਦਾ ਸਬੂਤ ਹੋਵੇ, ਅੱਜ ਤੱਕ ਮੈਂ ਕਿਸੇ ਰਾਜਨੀਤਿਕ ਪਾਰਟੀ ਨਾਲ ਜੁੜਿਆ ਹੋਵਾਂ ਜਾਂ ਕਿਸੇ ਬੰਦੇ ਨੂੰ ਮੈਂ ਸਪੋਰਟ ਕੀਤੀ ਹੋਵੇ, ਮੈਂ ਵੋਟਾਂ ਪਾਉਣ ਨੂੰ ਕਿਹਾ ਹੋਵੇ, ਅੱਜ ਤੱਕ ਐਸਾ ਨਾ ਹੋਇਆ ਤੇ ਨਾ ਆਉਣ ਵਾਲੇ ਸਮੇਂ ਵਿੱਚ ਹੋਏਗਾ। ਪਰ ਇੱਕ ਮਾਫੀ ਚਾਹੁੰਦਾ ਮੈਂ ਟੋਕਿਆ ਤੁਹਾਨੂੰ, ਜੀ, ਇੱਕ ਹੋਰ ਸਵਾਲ ਬੜਾ ਮਹੱਤਵਪੂਰਨ ਆ। ਬਹੁਤ ਸਾਰੇ ਲੋਕ ਸਾਨੂੰ ਟਿੱਪਣੀਆਂ ਦੇ ਰੂਪ ਦੇ ਵਿੱਚ ਕਹਿੰਦੇ ਆ ਵੀ ਢੱਡਰੀਆਂ ਵਾਲੇ ਤਾਂ ਆਰਐਸਐਸ ਦੇ ਬੰਦੇ ਨੇ, ਆਰਐਸਐਸ ਦੇ ਬੰਦੇ ਨੇ। ਕੀ ਕਹਿਣਾ ਚਾਹੋਗੇ ਇਸ ਸ਼ੰਕਾ ਨਿਵਰਤੀ ਦੇ ਲਈ? ਨਹੀਂ, ਆਰਐਸਐਸ ਦੇ ਬੰਦੇ ਹੁੰਦੇ ਫਿਰ ਇੰਨਾ ਕੁਝ ਨਹੀਂ ਸੀ ਨਾ ਜੀ ਹੋਣਾ ਜੋ ਅੱਜ ਹੋ ਰਿਹਾ ਸਾਡੇ ਨਾਲ, ਇੰਨਾ ਕੁਝ ਨਹੀਂ ਸੀ ਹੋਣਾ। ਸਾਰੇ ਦਾ ਸਾਰਾ ਸਿਸਟਮ ਉਹ ਤਾਂ ਉਹਨਾਂ ਦੇ ਅੰਡਰ ਹੈ, ਚੱਲਦਾ ਹੈ, ਉਹਨਾਂ ਦਾ ਦੇਸ਼ ਹੈ, ਉਹ ਅਗਲੇ ਪੂਰੀ ਦੇ ਪੂਰੀ ਅੱਜ ਸੱਤਾ ਵਿੱਚ ਨੇ, ਤਾਂ ਫਿਰ ਏਡੀਆਂ ਗੱਲਾਂ ਥੋੜਾ ਹੋਣੀਆਂ ਸੀ। ਫਿਰ ਮੇਰੇ ਦੀਵਾਨ ਬੰਦ ਕਿੱਦਾਂ ਹੋ ਜਾਂਦੇ ਜੀ? ਫਿਰ ਤਾਂ ਪੂਰੇ ਦਾ ਪੂਰਾ ਪ੍ਰਬੰਧ ਕਰਦੇ, ਸਾਰੇ ਦਾ ਸਾਰਾ ਹੁੰਦਾ। ਇਦਾਂ ਦਾ ਕੁਝ ਵੀ ਨਹੀਂ। ਜੋ ਇਹਨਾਂ ਨੂੰ ਚੰਗਾ ਲੱਗਦਾ ਉਦਾਂ ਦੀਆਂ ਗੱਲਾਂ ਕਹਿਣ ਲੱਗ ਜਾਂਦੇ ਹੈ। ਮੈਂ ਜਿਹੜੀਆਂ ਗੱਲਾਂ ਕਰ ਰਿਹਾ, ਸਿੱਖ ਕੌਮ ਇੱਕ ਵੱਖਰੀ ਕੌਮ ਹੈ, ਸਾਡੀ ਵਿਚਾਰਧਾਰਾ ਵੱਖਰੀ ਹੈ, ਸਾਨੂੰ ਸਗੋਂ ਜੋੜਿਆ ਜਾ ਰਿਹਾ ਬਾਕੀ ਦੀਆਂ ਨਾਲ, ਤਾਂ ਫਿਰ ਇਹ ਉਹਨਾਂ ਦੇ ਹੋ ਕੇ ਫਿਰ ਅਸੀਂ ਇਦਾਂ ਦੀ ਗੱਲ ਕਿੱਦਾਂ ਕਰ ਸਕਦੇ ਸੀ? ਤੁਹਾਨੂੰ ਨਿੱਜੀ ਤੌਰ ਤੇ ਕੋਈ ਸਿਆਸੀ ਧਿਰ ਪਸੰਦ ਹੈ, ਤੇ ਜੇਕਰ ਭਵਿੱਖ ਦੇ ਵਿੱਚ ਤੁਹਾਨੂੰ ਕੋਈ ਕਵੇ ਕਿ ਕਿਸੇ ਸਿਆਸੀ ਧਿਰ ਨੂੰ ਤੁਸੀਂ ਸਪੋਰਟ ਕਰਨਾ ਹੈ ਤਾਂ ਉਹ ਕਿਹੜੀ ਧਿਰ ਹੋਏਗੀ? ਮੈਂ ਭੈਣ ਜੀ ਅੱਜ ਦੇ ਹਾਲਾਤਾਂ ਦੇ ਹਿਸਾਬ ਨਾਲ ਆਪਾਂ ਅੱਗੇ ਸ਼ੁਰੂ ਵਿੱਚ ਇੱਕ ਗੱਲ ਕੀਤੀ ਹੈ ਵੀ ਰॉ ਮਟੀਰੀਅਲ ਕਿੱਥੋਂ ਚੱਕਣਾ ਹੈ। ਸਾਡੇ ਤਾਂ ਨਾ ਜੀ ਦੇਖੋ, ਇੱਕ ਟਾਈਮ ਸੀ ਜਦੋਂ ਨਾ ਜੀ ਅੱਜ ਤੋਂ 90 ਦੀਆਂ ਤੁਸੀਂ ਵੀਡੀਓ ਦੇਖੋ, ਉਹਦੇ ਵਿੱਚ ਸਾਰੇ ਪੱਗਾਂ ਬੰਨ੍ਹਦੇ ਆ। ਜੇ ਸਕੂਲਾਂ ਦੀਆਂ ਫੋਟੋਆਂ ਉਹਦੇ 'ਚ ਵੀ ਦਸਤਾਰਾਂ, ਜੇ ਵਿਆਹ ਦੀਆਂ ਪਿਕਚਰਾਂ ਦੇਖਾਂਗੇ, ਮੂਵੀ ਦੇਖਾਂਗੇ, ਉਹਦੇ 'ਚ ਵੀ ਪੱਗਾਂ ਹੀ ਪੱਗਾਂ, ਜੇ ਗੁਰਦੁਆਰਿਆਂ 'ਚ ਵੇਖਾਂਗੇ ਪੱਗਾਂ ਹੀ ਪੱਗਾਂ। ਮਤਲਬ ਇੱਕ ਸਮਾਜ ਹੀ ਪੱਗਾਂ ਵਾਲਿਆਂ ਦਾ ਸੀ ਤੇ ਹਰ ਫੀਲਡ ਵਿੱਚ, ਮਹਿਕਮੇ ਦੇ ਵਿੱਚ ਪੱਗਾਂ ਹੀ ਪੱਗਾਂ ਦਿਸਦੀਆਂ ਸੀ ਨਾ।
ਹੁਣ ਇਹ ਰੇਸ਼ੋ 70-30 ਦੀ ਹੋ ਗਈ ਹੈ, ਇਸੇ ਤਰ੍ਹਾਂ ਹੀ ਆ ਰਹੀ ਹੈ ਸਾਰੇ ਮਹਿਕਮਿਆਂ ਦੇ ਵਿੱਚ। ਇਸੇ ਤਰ੍ਹਾਂ ਜਿਹੜਾ ਸਾਡਾ ਸਿਸਟਮ ਹੈ ਨਾ ਜੀ, ਸਮਾਜਿਕ ਢਾਂਚਾ, ਸਾਡਾ ਸੋਚ ਦਾ ਪੱਧਰ, ਸਮਾਜਿਕ ਵਿਗਿਆਨੀਆਂ ਨੇ ਸਮਾਜ ਦੀ ਸਾਈਕੀ ਘੜਨੀ ਹੁੰਦੀ ਹੈ, ਸੋਚ ਘੜਨੀ ਹੁੰਦੀ ਹੈ। ਸਾਡੇ ਸਮਾਜਿਕ ਵਿਗਿਆਨੀਆਂ ਦੀ ਸੋਚ ਖੁੰਡੀ ਹੋ ਚੁੱਕੀ ਹੈ, ਉਹਨੂੰ ਖੁੰਡੀ ਕੀਤਾ ਹੈ ਪੁਜਾਰੀ ਵੱਲੋਂ ਸਥਾਪਿਤ ਕੀਤੇ ਨਕਲੀ ਧਰਮ ਨੇ, ਨਾ ਕਿ ਗੁਰੂ ਨਾਨਕ ਸਾਹਿਬ ਜੀ ਜਾਂ ਸਾਡੇ ਵੱਡਿਆਂ ਦੇ ਦੱਸੇ ਹੋਏ ਲਾਅ ਆਫ ਨੇਚਰ, ਕੁਦਰਤ ਦੇ ਵਿਧਾਨ ਨੂੰ, ਕੁਦਰਤ ਦੇ ਨਿਯਮਾਂ ਨੂੰ ਮੁੱਖ ਰੱਖ ਕੇ ਸਾਡਾ ਕਲਚਰ ਜਾਂ ਸਾਡਾ ਸਮਾਜ ਘੜਿਆ ਨਹੀਂ ਗਿਆ। ਪੁਜਾਰੀ ਦੀ ਸੋਚ, ਪੁਜਾਰੀ ਦੇ ਕੀਤੇ ਅਰਥਾਂ ਦੀ ਨੂੰ ਮੁੱਖ ਰੱਖ ਕੇ ਸਾਡੇ ਸਮਾਜ ਵਿਗਿਆਨੀਆਂ ਨੇ ਸਮਾਜ ਘੜਿਆ ਹੈ। ਜਿਸ ਤਰ੍ਹਾਂ ਕੁਦਰਤ ਲਾਅ ਆਫ ਨੇਚਰ ਨੂੰ ਸਮਝ ਕੇ ਜਦੋਂ ਸਮਾਜ ਦਾ ਵਿਕਾਸ ਹੁੰਦਾ ਹੈ, ਤੁਸੀਂ ਨਿਊਜ਼ੀਲੈਂਡ ਵਿੱਚ ਵੇਖਿਆ ਉੱਥੇ ਔਰਤ ਨੂੰ ਹੱਕ ਹੈ, ਗੱਡੀਆਂ ਚਲਾ ਰਹੀਆਂ, ਖੁੱਲ੍ਹ ਕੇ ਜ਼ਿੰਦਗੀ ਜੀ ਰਹੀਆਂ। ਤੇ ਜਿਹੜਾ ਸਾਡਾ ਸਮਾਜ ਹੈ, ਸਮਾਜ ਵਿਗਿਆਨੀ ਹੈ, ਇੱਥੇ ਔਰਤ ਵਾਸਤੇ ਹੋਰ ਰੂਪ ਹੈ, ਤੂੰ ਸਿਰ ਨੰਗਾ ਰੱਖਿਆ ਹੈ, ਤੂੰ ਇੱਦਾਂ ਕੀਤਾ ਹੈ, ਤੂੰ ਕੱਪੜੇ ਇੱਦਾਂ ਪਾਏ ਹੈ, ਤੂੰ ਆਹ ਪਾਇਆ ਹੈ। ਇਹ ਸਾਰੀਆਂ ਗੱਲਾਂ ਨੂੰ ਜਦੋਂ ਅਸੀਂ ਸੋਚਦੇ ਹਾਂ ਨਾ ਜੀ, ਉਹ ਅਸਲ 'ਚ ਸਮਾਜ ਵਿਗਿਆਨੀਆਂ ਨੇ ਸਮਾਜ ਦੀ ਸੋਚ ਘੜਨੀ ਹੈ। ਉਹ ਸਮਾਜ ਵਿੱਚੋਂ ਕੌਨਫੀਡੈਂਸ ਪੈਦਾ ਹੋਏ ਹੋਈਆਂ ਔਰਤਾਂ, ਬੱਚੀਆਂ, ਬੱਚੇ, ਉਹ ਰॉ ਮਟੀਰੀਅਲ ਜਦੋਂ ਤਿਆਰ ਹੋਣਾ ਹੈ, ਉਹਨੂੰ ਫਿਰ ਜਿਹੜੇ ਫੀਲਡ ਵਿੱਚ ਲੈ ਕੇ ਜਾਵਾਂਗੇ ਤਾਂ ਤਰੱਕੀ ਹੋਣੀ ਹੈ। ਪਾਰਟੀਆਂ ਚਾਹੇ ਪੁਰਾਣੀਆਂ ਨੇ, ਚਾਹੇ ਨਵੀਆਂ ਨੇ, ਚਾਹੇ ਅੱਗੇ ਵੀ ਆਉਣਗੀਆਂ, ਜੇ ਐਸੇ ਸਮਾਜ ਵਿੱਚੋਂ ਚੱਕਣੇ ਨੇ ਤਾਂ ਇਦਾਂ ਦਾ ਹੀ ਕੁਝ ਹੋਏਗਾ। ਅਜੇ ਚੇਂਜ ਹੋਣ ਵਿੱਚ ਟਾਈਮ ਲੱਗਣਾ। ਤੁਹਾਡੇ ਖਿਆਲ ਦੇ ਮੁਤਾਬਕ ਜਿਹੜੀ ਨਵੀਂ ਪੀੜ੍ਹੀ ਆ, ਤੁਹਾਡੇ ਖਿਆਲ ਦੇ ਮੁਤਾਬਕ ਨਵੀਂ ਪੀੜ੍ਹੀ ਆ ਜਿਹੜੀ, ਉਹ ਪੰਜਾਬ ਨੂੰ, ਦੇਸ਼ ਨੂੰ ਬਦਲਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ, ਜਾਂ ਨਵੀਂ ਪੀੜ੍ਹੀ ਦਾ ਵੱਡਾ ਹਿੱਸਾ ਵੀ ਲਕੀਰ ਦਾ ਫਕੀਰ ਬਣਿਆ ਹੋਇਆ? ਮੈਂ ਤਾਂ ਇਹ ਮੰਨਦਾ ਜੀ, ਹਾਂ ਫਰਕ ਜ਼ਰੂਰ ਮੈਂ ਮੰਨਦਾ ਕਿ ਸਾਡੇ ਜਿੱਦਾਂ ਟਹਿਣਾ ਸਾਹਿਬ ਜਦੋਂ ਆਪਾਂ ਪੜ੍ਹਦੇ ਸੀ ਪੁਰਾਣੇ ਸਮੇਂ 'ਚ ਜਾ ਕੇ ਵੇਖੀਏ ਤਾਂ ਆਪਾਂ ਗੋਡੇ ਮੋਢੇ ਬਜ਼ੁਰਗਾਂ ਦੇ, ਪੁਰਾਣਿਆਂ ਦੇ ਬੈਠਦੇ ਸੀ। ਠੀਕ ਆ, ਉੱਥੋਂ ਚੰਗੀਆਂ ਗੱਲਾਂ ਵੀ ਅਸੀਂ ਬਹੁਤ ਸਿੱਖਦੇ ਹਾਂ ਜੀ, ਪਰ ਅਸੀਂ ਉਹ ਮਾਹੌਲ, ਉਹ ਸਾਈਕੀ ਵੀ ਸਾਡੇ ਨਾਲ ਤੁਰਦੀ ਸੀ। ਅੱਜ ਦੇ ਜਿਹੜੇ ਬੱਚੇ ਨੇ ਉਹਨਾਂ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਉਹ ਇੰਨਾ ਖੁੱਲਾ ਤੁਰੇ ਫਿਰਨ। ਉਹ ਅਸਲ 'ਚ ਸਕੂਲ ਤੋਂ ਆਉਂਦੇ ਆ, ਫਿਰ ਟਿਊਸ਼ਨ ਚਲੇ ਜਾਂਦੇ ਆ, ਮਤਲਬ ਉਹਨਾਂ ਦਾ ਪੜ੍ਹਾਈ ਵੱਲ ਜ਼ਿਆਦਾ ਧਿਆਨ ਹੈਗਾ ਆ। ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਇਹ ਸੋਚ ਸਕਦੇ ਹਾਂ ਕਿ ਸਾਡਾ ਸਮਾਜ ਦਾ ਢਾਂਚਾ ਥੋੜਾ ਬਹੁਤ ਜਿਹੜਾ ਅੱਗੇ ਨਾਲੋਂ ਬਦਲੂਗਾ, ਕਿਉਂਕਿ ਵਿਦੇਸ਼ਾਂ ਵਿੱਚ ਬੱਚੇ ਜਾ ਕੇ ਆਏ ਹੈ, ਉੱਥੇ ਪੇਰੈਂਟਸ ਜਾਂਦੇ ਆ ਬੱਚਿਆਂ ਦੇ ਮਗਰ, ਉੱਥੇ ਵੇਖ ਕੇ ਆਉਂਦੇ ਹੈ, ਸਿੱਖ ਕੇ ਆਉਂਦੇ ਹੈ, ਉਹ ਚੀਜ਼ਾਂ ਨੂੰ ਹੌਲੀ ਹੌਲੀ ਸਮਾਜ ਵਿੱਚ ਆ ਰਹੀਆਂ ਨੇ। ਖੁੱਲ੍ਹਾ ਹੈ ਰਾਹ ਖੁੱਲ੍ਹੇ ਹੈ, ਹੌਲੀ ਹੌਲੀ ਦੁਨੀਆ ਇੱਕ ਹੋ ਰਹੀ ਹੈ। ਇੱਥੋਂ ਅਸੀਂ ਕੁਝ ਸਿੱਖ ਸਕਦੇ ਹਾਂ। ਜਾਂ ਕੋਈ ਚੰਗੀ ਪਾਰਟੀ ਜੇ ਕਦੇ ਆਵੇ, ਉਹ ਝੋਲੀ ਅੱਡ ਕੇ ਕਿਤੇ 500-700 ਬੱਚਾ ਉੱਥੋਂ ਦਾ ਬੋਰਨ ਲੱਭੇ, ਜਿਹੜੇ ਜੰਮੇ ਉੱਥੇ ਦੇ ਹੋਣ। ਮੈਂ ਤਾਂ ਉੱਥੇ ਦੇ ਜਦੋਂ ਮੈਂ ਜਾਂਦਾ ਨਾ ਜੀ, ਮੈਂ ਜਦੋਂ ਬਾਹਰਲਿਆਂ ਦੇਸ਼ਾਂ 'ਚ ਕਦੇ ਵੀ ਗਿਆ ਟਹਿਣਾ ਸਾਹਿਬ, ਮੈਂ ਉੱਥੇ ਜਾ ਕੇ ਕਹਿੰਦਾ ਹੁੰਦਾ ਹੈ ਵੀ ਮੈਨੂੰ ਜੇ ਤੁਸੀਂ ਪੁੱਛੋਗੇ ਭਾਈ ਸਾਹਿਬ ਬੱਚਿਆਂ ਨੂੰ ਅਸੀਂ ਕੀ ਸਿਖਾਈਏ, ਬੱਚਿਆਂ ਵਾਸਤੇ ਕੀ ਕਰੀਏ, ਤੇ ਮੈਂ ਆਪਣੇ ਪੰਜਾਬੀਆਂ ਨੂੰ ਹੱਸ ਕੇ ਕਹਿੰਦਾ ਹੁੰਦਾ ਵੀ ਤੁਸੀਂ ਆਪਣਾ ਪਰਛਾਵਾਂ ਨਾ ਪੈਣ ਦਿਓ। ਅੱਛਾ, ਵੀ ਤੁਹਾਡੇ ਬੱਚਿਆਂ ਨੂੰ ਸਮਾਜ, ਜਿਹੜਾ ਉਹਨਾਂ ਦਾ ਸਮਾਜ ਵਿਗਿਆਨ ਹੈ, ਸ਼ੇਅਰਿੰਗ ਕਰਨੀ, ਕੇਅਰਿੰਗ ਕਰਨੀ, ਕਿਸੇ ਦੀ ਹੈਲਪ ਕਰਨੀ, ਮਦਦ ਕਰਨੀ, ਉਹਨਾਂ ਨੂੰ ਉਹਨਾਂ ਦੇ ਸਕੂਲਾਂ ਵਿੱਚ ਸਿਖਾਇਆ ਜਾ ਰਿਹਾ ਕਿ ਸਾਡਾ ਇਹ ਸਮਾਜ ਦਾ ਇੱਕ ਬੱਚਾ ਆ, ਇਹ ਸਾਡਾ ਭਵਿੱਖ ਹੈ। ਅਸੀਂ ਉਹਨੂੰ ਆਪਣੇ ਵਾਲੀ ਸਾਈਕੀ ਜਿਹੜੀ ਸਾਡੇ ਵਿੱਚ ਤੂੰ ਮੈਂ, ਆਹ ਬਗਾਨਾ, ਆਹ ਫਲਾਣਾ, ਇਹਦੀ ਹੈਲਪ ਕਰਨੀ, ਇਹਦੀ ਨਹੀਂ ਕਰਨੀ, ਆ ਕਾਲਾ, ਆ ਗੋਰਾ, ਜਾਤਾਂ, ਢਾਂਚਾ, ਇਹ ਚੀਜ਼ਾਂ ਜਿਹੜੀਆਂ ਨੇ ਸਾਡੇ ਵਿੱਚ ਨੇ, ਉਹਨਾਂ ਵਿੱਚ ਨਹੀਂ ਹੈਗੀਆਂ। ਉਹਨਾਂ ਦੀ ਐਜੂਕੇਸ਼ਨ ਇੱਦਾਂ ਦੀ ਹੈ। ਤੇ ਮੈਂ ਕਹਿੰਦਾ ਹੁੰਦਾ ਵੀ ਤੁਸੀਂ ਭਾਈ ਆਪਣੀਆਂ ਪਰਛਾਵਾਂ ਨਾ ਪੈਣ ਦਿਓ, ਇਹਨਾਂ ਨੂੰ ਛੱਡ ਦਿਓ। ਕੰਟਰੀਆਂ ਨੇ ਆਪਣੇ ਹਿਸਾਬ ਨਾਲ ਬੱਚਿਆਂ ਨੂੰ ਡਿਵੈਲਪ ਕਰ ਦੇਣਾ। ਉਹਨਾਂ ਦਾ ਸਮਾਜ ਵਿਗਿਆਨ ਇੱਦਾਂ ਦਾ, ਸਮਾਜ ਵਿਗਿਆਨੀਆਂ ਨੇ ਸਮਾਜ ਘੜਿਆ ਹੀ ਇੱਦਾਂ ਦਾ। ਤੇ ਸਾਡੇ ਵਾਲੇ ਕਿਤੇ ਝੋਲੀ ਅੱਡ ਕੇ ਬਾਹਰ ਬੱਚੇ ਜੰਮੇ ਹੋਣ, ਉੱਥੇ ਹੀ ਪੜ੍ਹੇ ਹੋਣ, ਪੂਰੇ ਅੱਖ ਚੱਖ ਪਾ ਕੇ ਗੱਲ ਕਰਨ ਵਾਲੇ ਹੋਣ, ਸੁਚੇਤ ਹੋਣ, ਉਹ ਕਿਤੇ 500-700 ਬੱਚਾ ਤਰਲਾ ਮਾਰ ਕੇ ਸਾਡੇ ਪੰਜਾਬੀਆਂ ਅਮਰੀਕਾ ਕੈਨੇਡਾ ਵਾਲਿਆਂ ਤੋਂ, ਆ ਨਿਊਜ਼ੀਲੈਂਡ ਵਾਲਿਆਂ ਤੋਂ ਇਕੱਠੇ ਕਰਕੇ ਲਿਆਉਣ, ਇੱਕ ਨਵੇਂ ਉਹਨਾਂ ਨੂੰ ਕਹਿਣ ਵੀ ਇੱਕ ਵਾਰੀ ਤੁਸੀਂ ਬਾਗਡੋਰ ਸੰਭਾਲ ਕੇ ਵੇਖੋ, ਫੇਰ ਹੋ ਸਕਦਾ ਸਾਡਾ ਕੁਝ ਹੋ ਸਕੇ। ਨਹੀਂ ਤਾਂ ਰॉ ਮਟੀਰੀਅਲ ਇੱਥੋਂ ਹੀ ਆਉਣਾ ਸਾਰੇ ਦਾ ਸਾਰਾ। ਉਹੀ ਸਾਡਾ ਸੁਭਾਅ ਹੈ, ਉਹੀ ਸਾਡੀ ਸਾਈਕੀ ਹੈ, ਉਹਨੂੰ ਬਦਲਣਾ ਇੰਨਾ ਸੌਖਾ ਨਹੀਂ, ਟਾਈਮ ਲੱਗਣਾ। ਮਤਲਬ ਤੁਹਾਡੇ ਲਫ਼ਜ਼ਾਂ ਨੂੰ ਜੇ ਮੈਂ ਸੰਖੇਪ ਦੇ ਵਿੱਚ ਕਹਾਂ ਤਾਂ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਸਾਡੇ ਸਮਾਜ ਜਿਹੜਾ ਹੈ ਉਹਦੇ 'ਚ ਬੁਰਾਈ ਹੈ, ਪਰ ਬਾਹਰਲਾ ਸਮਾਜ ਸਾਡੇ ਨਾਲੋਂ ਤੁਲਨਾ ਦੇ ਵਿੱਚ ਜ਼ਿਆਦਾ ਵਧੀਆ ਹੈ।
ਇਹਦੇ 'ਚ ਕੋਈ ਸ਼ੱਕ ਨਹੀਂ ਜੀ। ਜੇ ਭੈਣ ਜੀ ਸਾਡੇ ਇੱਥੇ ਇੱਕ ਬੰਦਾ ਔਰਤ ਨੂੰ ਕੁੱਟ ਰਿਹਾ ਹੁੰਦਾ ਹੈ ਤਾਂ ਉਹਦੀਆਂ ਵੀਡੀਓ ਬਣਾਈਆਂ ਜਾਂਦੀਆਂ, ਸੇਮ ਟਾਈਮ ਦੇ ਉੱਤੇ ਬਾਹਰਲੇ ਪਾਸੇ ਹੋਵੇਗਾ ਤਾਂ 911 ਨੂੰ ਕਾਲ ਹੋ ਜਾਣੀ 1 ਮਿੰਟ ਦੇ ਵਿੱਚ ਵੀ ਇੱਥੇ ਏਦਾਂ, ਨਾਲੇ ਬੰਦਾ ਵਿੱਚ ਖੜ ਜਾਂਦਾ, ਜਾ ਕੇ ਖੜ ਜਾਣਾ ਉਹਨੇ। ਇੱਥੇ ਨੋਟ ਕਰਕੇ ਦੇਖੋ, ਇੰਡੀਆ ਦੇ ਵਿੱਚ ਫੈਮਿਲੀ ਆਈ ਹੋਈ ਹੋਵੇ, ਇੱਕ ਇੱਥੇ ਦੇ ਬੋਰਨ ਹੈ, ਇੱਕ ਉੱਥੋਂ ਦੇ ਬੋਰਨ ਹੈ, ਸਾਹਮਣੇ ਕਿਸੇ ਨਾਲ ਧੱਕਾ ਹੋ ਰਿਹਾ ਹੋਵੇ, ਉਹ ਸਾਡਾ ਬੱਚਾ ਕਿੱਦਾਂ ਸੋਚਦਾ ਹੈ, ਉਹਨਾਂ ਦਾ ਬੱਚਾ ਇੱਕਦਮ ਵਿੱਚ ਖੜੇ ਕਹੇ ਕਿਉਂ ਕੁੱਟ ਰਿਹਾ ਇਹਨੂੰ, ਕਿਉਂ ਇਹਨੂੰ ਹੱਕ ਨਹੀਂ ਇਹਨੂੰ ਮਾਰਨ ਦਾ। ਇੱਕ ਕੁੱਤੇ ਨੂੰ ਮਾਰਨ ਦਾ ਵੀ ਕਿਸੇ ਨੂੰ ਹੱਕ ਨਹੀਂ। ਇਹ ਉਹਨਾਂ ਦੇ ਦਿਮਾਗ ਹੀ ਇਦਾਂ ਦੇ ਬਣਾ ਦਿੱਤੇ ਗਏ ਹੈ ਜੀ। ਪੜ੍ਹਾਈ ਦੇ ਵਿੱਚ, ਸਕੂਲਾਂ ਦੇ ਵਿੱਚ ਉਹਨਾਂ ਨੂੰ ਸਿਖਾਇਆ ਜਾਂਦਾ ਹੈ ਇਹ ਚੀਜ਼ਾਂ। 5-5 ਸਾਲ ਤਾਂ ਉਹਨਾਂ ਨੂੰ ਬੈਠਣਾ, ਕੋਈ ਕਿਸੇ ਦੀ ਹੈਲਪ ਕਰਨੀ, ਕੋਈ ਡਿੱਗੇਗਾ ਉਹਨੂੰ ਚੁੱਕਣਾ ਕਿੱਦਾਂ ਹੈ, ਕੋਈ ਚੀਜ਼ ਵੰਡ ਕੇ ਕਿੱਦਾਂ ਖਾਣੀ ਹੈ, ਇਹ ਚੀਜ਼ਾਂ ਸਿਖਾਈਆਂ ਜਾਂਦੀਆਂ। ਬਿਲਕੁਲ। ਸੰਖੇਪ ਦੇ ਵਿੱਚ ਜੇ ਜਾਂਦੇ ਜਾਂਦੇ ਪੁੱਛਣਾ ਹੋਵੇ ਕਿ ਇਸ ਵਕਤ ਤੁਹਾਨੂੰ ਆਪਣੀ ਜਾਨ ਦਾ ਖਤਰਾ ਸਭ ਤੋਂ ਵੱਧ ਕਿਹੜੇ 2 ਜਾਂ 3 ਲੋਕਾਂ ਤੋਂ ਲੱਗਦਾ, ਕਿਹੜੀਆਂ-ਕਿਹੜੀਆਂ ਜਥੇਬੰਦੀਆਂ, ਕਿਹੜੀਆਂ-ਕਿਹੜੀਆਂ ਏਜੰਸੀਆਂ ਤੋਂ ਲੱਗ ਰਿਹਾ ਜੀ? ਨਹੀਂ ਜੀ, ਮੇਰੀ ਜਾਨ ਦਾ ਮਤਲਬ ਤਾਂ ਇਹ ਹੈ ਵੀ ਵਿਚਾਰਧਾਰਾ ਨੂੰ ਖਤਰਾ। ਜਿਹੜੀ ਗੱਲ ਮੈਂ ਕਰ ਰਿਹਾ, ਵੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਉਹ ਸਾਡੀ ਜਿੰਦ ਜਾਨ ਨੇ, ਉਹ ਸਾਡੇ 35 ਦੇ 35 ਮਹਾਂਪੁਰਖ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਹੈ, ਅਸੀਂ ਉਹਨਾਂ ਨੂੰ ਸਮਰਪਿਤ ਹਾਂ। ਇਹ ਵਿਚਾਰਧਾਰਾ ਨੂੰ ਖਤਰਾ ਆ ਔਰ ਸ਼ੁਰੂ ਤੋਂ ਰਿਹਾ ਆ। ਜਦੋਂ ਤੁਸੀਂ ਇੰਟਰਪ੍ਰੀਟੇਸ਼ਨ ਨਵੇਂ ਤਰੀਕੇ ਸਿਰ ਦਿੰਦੇ ਹੋ, ਉਹਨਾਂ ਦਾ ਸੱਚ ਬਾਹਰ ਕੱਢ ਕੇ ਲਿਆਉਂਦੇ ਹੋ ਤਾਂ ਪ੍ਰੋਬਲਮ ਪੈਂਦੀ ਹੈ। ਇਹਨਾਂ ਬੰਦਿਆਂ ਵੱਲੋਂ ਇਹ ਹੈ, ਜਿਸ ਤਰ੍ਹਾਂ ਸਾਡੀ ਰਮਦਾਸੀਆ ਬਰਾਦਰੀ ਸੀ, ਉਹ ਸਾਈਡ ਤੇ ਕਰ ਦਿੱਤੇ ਗਏ ਆ ਸਾਰੇ ਦੇ ਸਾਰੇ। ਇਸੇ ਤਰ੍ਹਾਂ ਬਹੁਤ ਸਾਰਾ ਤਬਕਾ ਕਾਮਰੇਡਾਂ ਦਾ ਸੀ, ਉਹ ਵੀ ਸਾਈਡ ਤੇ ਹੋ ਗਿਆ ਵੀ ਅਸੀਂ ਮਾਰਕਸਵਾਦੀ ਆ। ਇਹਨਾਂ ਲੋਕਾਂ ਦੇ ਮਨ ਵਿੱਚ ਇਹ ਹੈ ਕਿ ਢੱਡਰੀਆਂ ਵਾਲਾ ਵੀ ਸਾਈਡ ਤੇ ਹੋਵੇ, ਅਸੀਂ ਕਹਿ ਸਕੀਏ ਸਿੱਖ ਨਹੀਂ। ਪਰ ਮੈਂ ਇਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ, ਮੈਂ ਇਦਾਂ ਦਾ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਜਾਵਾਂ। ਚਾਹੇ ਜੋ ਮਰਜ਼ੀ ਹੋਵੇ, ਸਾਡੇ ਸਿਰ ਦੇ ਤਾਜ, ਸਾਡਾ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਨੇ। ਮੈਂ ਤੇ ਮੇਰੇ ਨਾਲ ਜੁੜੇ ਬੰਦੇ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਰਹਿਣਾ ਹੈ ਔਰ ਉਹਦੇ ਉੱਤੇ ਹੀ ਆਪਣੀ ਗੱਲ ਕਰਨੀ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ 'ਚ ਜੋ ਲਿਖਿਆ ਹੈ ਉਹ ਦੱਸਣਾ ਹੈ। ਹਾਂ, ਪਿਆਰ ਵੱਖਰਾ ਵੱਖਰਾ ਹੁੰਦਾ ਹੈ ਜੀ, ਸਾਡੀ ਇੰਟਰਪ੍ਰੀਟੇਸ਼ਨ ਜ਼ਰੂਰ ਵੱਖਰੀ ਹੋ ਸਕਦੀ ਹੈ, ਅਸੀਂ ਨਵੇਂ ਹੋਰ ਐਂਗਲ ਤੋਂ ਸੋਚ ਸਕਦੇ ਹਾਂ, ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ ਸਤਿਕਾਰ ਕਰਦੇ ਹਾਂ। ਢੱਡਰੀਆਂਵਾਲ ਸਾਹਿਬ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਅੱਜ ਆਪਾਂ ਤਕਨੀਕ ਦੇ ਮਾਧਿਅਮ ਰਾਹੀਂ, ਜਿਵੇਂ ਮੁੱਢ ਦੇ ਵਿੱਚ ਗੱਲ ਕਹੀ ਸੀ, ਉਸ ਤਰੀਕੇ ਦੇ ਨਾਲ ਰਾਬਤੇ ਦੇ ਵਿੱਚ ਹੋਏ ਆ। ਤੇ ਤੁਸੀਂ ਤੰਦਰੁਸਤ ਰਹੋ, ਹਰ ਪੰਜਾਬੀ ਤੰਦਰੁਸਤ ਰਵੇ, ਹਰ ਪੰਜਾਬੀ ਜ਼ਿੰਦਾਬਾਦ ਰਵੇ, ਅਸੀਂ ਇਹਦੀ ਕਾਮਨਾ ਕਰਦੇ ਹਾਂ। ਤੇ ਧਾਰਮਿਕ ਬਖੇੜੇ ਜਿਹੜੇ ਪੈਦਾ ਹੁੰਦੇ ਆ ਪੂਰੇ ਭਾਰਤੀ ਸਮਾਜ ਦੇ ਵਿੱਚ, ਉਹ ਖਤਮ ਹੋ ਜਾਣ। ਜਿਵੇਂ ਵਿਦੇਸ਼ਾਂ ਦੇ ਵਿੱਚ ਕਿਸੇ ਦੀ ਭਾਵਨਾ ਨਹੀਂ ਭੜਕਦੀ, ਭਾਰਤ ਦੇ ਵਿੱਚ ਵੀ ਭੜਕਣੀ ਬੰਦ ਹੋਵੇ ਤੇ ਹਰ ਮਸਲਾ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਅੱਗੇ ਵਧੇ, ਹਰ ਬੰਦਾ ਸਹੀ ਦਿਸ਼ਾ ਦੇ ਵਿੱਚ ਕੰਮ ਕਰੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਤੇ ਹਰਮਨ ਜੀ, ਹੁਣ ਆਪਾਂ ਆਗਿਆ ਲੱਗੀ ਜੀ। ਬਿਲਕੁਲ, ਹੁਣ ਪ੍ਰੋਗਰਾਮ ਨੂੰ ਸਮੇਟਣ ਦਾ ਵੇਲਾ ਹੋ ਗਿਆ ਜੀ। ਅਸੀਂ ਚੱਲਦੇ ਹਾਂ, ਪਰ ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਤਿੰਨਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਜੱਜ ਦਾ ਵਿਚਾਰ।